ਮਹਾਰਾਜ ਜੀ ਦਾ ਕੋਟਾਨ ਕੋਟ ਵੇਰ ਧੰਨਵਾਦ ਹੈ, ਜਿਨ੍ਹਾਂ ਦੇ ਬਖਸ਼ੇ ਹੋਏ ਉਦਮ ਦੇ ਨਾਲ, ਜਿਨ੍ਹਾਂ ਦੀ ਅਪਾਰ ਕਿਰਪਾ ਦਾ ਸਦਕਾ ਸਤ ਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਆਪ ਮਾਈ ਭਾਈ ਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਲੈ ਕੇ, ਗੁਰੂ ਜੀ ਕੇ ਬਚਨਾਂ ਦੀ ਉਪਦੇਸ਼ ਦੀ ਭੁੱਖ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਪੁੱਜੇ ਹੋ। ਸਾਰੇ ਹੀ ਵੱਡਿਆਂ ਭਾਗਾਂ ਵਾਲੇ। ਇਹ ਜੋ ਸਮਾਗਮ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ, ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਗੱਦੀ ਦਿਵਸ ਗੁਰਪੁਰਬ, ਉਹਦੀਆਂ ਖੁਸ਼ੀਆਂ ਵਿੱਚ, ਇਸ ਗੁਰਪੁਰਬ ਦੇ ਸੰਬੰਧ ਵਿੱਚ, ਇਸ ਗੁਰਪੁਰਬ ਨੂੰ ਹੀ ਸਮਰਪਿਤ ਹੈ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰਾਂ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਜੇ ਮਨ ਨੂੰ ਮਨਾਉਣਾ ਹੈ ਤਾਂ ਕੇਵਲ ਇੱਕ ਤਰੀਕਾ ਹੈ। ਸਿਆਣੇ ਸੱਜਣ ਸੁਣ ਰਹੇ ਹੋ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜਗ੍ਹਾ ਇਹ ਗੱਲ ਆਈ ਹੈ ਕਿ ਮਨ ਵਸ ਨਹੀਂ ਆਉਂਦਾ, ਨਹੀਂ ਮੰਨਦਾ ਬਾਗੀ। ਇੱਕ ਜਗ੍ਹਾ ਇਹਦਾ ਤਰੀਕਾ ਦੱਸਿਆ, ਜੇ ਇਹਨੂੰ ਮਨਾਉਣਾ। ਮਨਾਉਣ ਤੋਂ ਭਾਵ ਕੀ ਹੁੰਦਾ ਹੈ? ਜਿਹੜਾ ਤੁਹਾਡੀ ਗੱਲ ਮੰਨ ਜਾਵੇ ਉਹ ਤੁਹਾਡੇ ਅਧੀਨ ਹੋ ਗਿਆ, ਤੁਹਾਡੇ ਸਾਥ ਹੋ ਗਿਆ। ਤੁਰਿਆ ਭਾਵੇਂ ਨਾਲ ਫਿਰਦਾ ਹੈ, ਘਰ ਵਿੱਚ ਹੀ ਰਹਿੰਦਾ ਹੈ, ਜੇ ਤੁਹਾਡੀ ਗੱਲੇ ਨਹੀਂ ਮੰਨੀ ਤੇ ਸਾਥ ਕਾਹਦਾ? ਫਿਰ ਮੰਨਣਾ ਹੁੰਦਾ ਹੈ ਸਾਥੀ ਬਣ ਜਾਣਾ, ਦੋ ਤੋਂ ਇੱਕ ਬਣ ਜਾਣਾ, ਵਿਚਾਰ ਮਿਲ ਜਾਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਮਹਾਰਾਜ ਬਚਨ ਕਰਦੇ ਨੇ, ਜੇ ਇਹਨੂੰ ਮਨਾਉਣਾ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਦੇਖੋ ਕੈਸਾ ਸਾਦਾ ਤਰੀਕਾ ਦੱਸਿਆ। ਜਾਣਨ ਦਾ ਅਰਥ ਹੈ ਗਿਆਨ, ਸੋਝੀ ਆ ਜਾਣੀ, ਜਾਣ ਜਾਣਾ, ਬੁੱਝ ਜਾਣਾ। ਕਬੀਰ ਸਾਹਿਬ ਕਹਿੰਦੇ ਜਦੋਂ ਅਸੀਂ ਗੁਰੂ ਦੇ ਉਪਦੇਸ਼, ਗੁਰੂ ਦੇ ਬਚਨਾਂ ਨੂੰ ਜਾਣ ਜਾਵਾਂਗੇ ਨਾ, ਇੱਥੇ ਖਿਮਾ ਕਰਨਾ, ਸੁਣਨਾ ਹੋਰ ਹੈ, ਪੜ੍ਹਨਾ ਹੋਰ ਹੈ, ਸੁਣਾਉਣਾ ਹੋਰ ਹੈ, ਗਾਉਣਾ ਹੋਰ ਹੈ, ਤੇ ਤੁਹਾਨੂੰ ਮੰਨਣਾ ਹੀ ਪਊਗਾ। ਜਾਣਨਾ ਹੋਰ ਹੁੰਦਾ ਹੈ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਸਬਜੈਕਟ ਜੁਦਾ ਹੈ, ਉਹ ਅਵਸਥਾ ਹੀ ਜੁਦੀ ਹੈ। ਜੇ ਸੁਣਨ ਪੜ੍ਹਨ ਸੁਣਾਉਣ ਤੱਕ ਇਹ ਗੱਲ ਬਣਦੀ ਹੁੰਦੀ ਤਾਂ ਹੁਣ ਤੇ ਕੋਈ ਤੋਟੇ ਨਹੀਂ। ਇੰਨੇ ਸੁਣਾਉਣ ਵਾਲੇ ਨੇ, ਇੰਨੇ ਸੁਣਨ ਵਾਲੇ ਨੇ, ਕਿੰਨੇ ਗਿਆਨੀ ਧਿਆਨੀ ਕਥਾਵਾਚਕ, ਕਿੰਨੇ ਕੀਰਤਨੀਏ, ਕਿੰਨੇ ਗੁਰੂ ਘਰ, ਕਿੰਨੇ ਮੰਦਰ ਮਸਜਿਦਾਂ ਥਾਂ ਪਰ ਥਾਂ ਬਣ ਗਈਆਂ। ਹਰ ਰੋਜ਼ ਪਾਠ ਹੋ ਰਹੇ ਨੇ, ਹਰ ਰੋਜ਼ ਦੀਵਾਨ ਲੱਗ ਰਹੇ ਨੇ, ਪਰ ਤੁਹਾਨੂੰ ਮੰਨਣਾ ਪਊਗਾ ਕਿ ਕੰਮ ਵਿਗੜਦਾ ਜਾ ਰਿਹਾ ਹੈ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਨੂੰ ਏਦਾਂ ਕਹਿ ਲਓ ਵੀ ਜਿੰਨੀ ਦਵਾਈ ਵਧਾਈ ਉਨਾ ਰੋਗ ਘਟਿਆ ਨਹੀਂ, ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਹਸਪਤਾਲ ਬਹੁਤ ਖੁੱਲ੍ਹ ਗਏ ਪਰ ਮਰੀਜ਼ ਵੱਧਦੇ ਜਾ ਰਹੇ ਨੇ। ਇਹ ਵੀ ਹਸਪਤਾਲ ਹੈ ਜਿੱਥੇ ਆਪਾਂ ਬੈਠੇ ਹਾਂ, ਕਥਾ ਕੀਰਤਨ ਗੁਰੂ ਦਾ ਘਰ। ਇਹ ਬੜੇ ਖੁੱਲ੍ਹ ਗਏ, ਬਹੁਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਪਰ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਨੇ। ਤੁਸੀਂ ਪ੍ਰੇਮੀਓ ਸੁਣਨਾ ਆਏ ਹੋ, ਇਹ ਤੁਹਾਨੂੰ ਮੰਨਣਾ ਪਊ, ਸੁਣਨਾ ਆਏ ਹੋ ਨਾ, ਪਰ ਔਖੇ ਨਾ ਹੋਇਓ। ਜੇ ਇਕੱਲੇ ਸੁਣਨਾ ਆਏ ਹੋ ਤਾਂ ਫਿਰ ਟਾਈਮ ਖਰਾਬ ਕਰਨ ਆਏ ਹੋ। ਕੁਝ ਖੱਟਣ ਨਹੀਂ ਆਏ, ਗਵਾਉਣ ਆਏ। ਬਹੁਤ ਧਿਆਨ ਨਾਲ, ਤੁਸੀਂ ਹੈਰਾਨ ਜਾ ਹੋ ਗਏ ਮੇਰੀ ਬਚਨ ਕਹੇ ਤੋਂ। ਇਹਨੂੰ ਸਮਝ ਲਓ, ਜੋ ਵੀ ਕੰਮ ਬੰਦਾ ਦੁਨੀਆ ਵਿੱਚ ਕਰਦਾ ਹੈ, ਉਹ ਤੋਂ ਪਹਿਲਾਂ ਇੱਕ ਸਵਾਲ ਪੈਦਾ ਹੁੰਦਾ, ਇਹ ਕੰਮ ਕਰਨਾ ਕਿਉਂ ਹੈ? ਇੱਥੋਂ ਕੰਮ ਸ਼ੁਰੂ ਹੁੰਦਾ। ਕੰਮ ਕਰਨਾ ਕਿਉਂ ਹੈ?
ਜਿਹੜਾ ਬੰਦਾ ਕਿਉਂ ਤੋਂ ਬਿਨਾ ਕੰਮ ਕਰੇਗਾ ਨਾ, ਉਹਦਾ ਕੀਤਾ ਕੰਮ ਵਿਅਰਥ ਜਾਏਗਾ। ਆਖੋ ਸਤਿਨਾਮ। ਕੋਈ ਮੰਜ਼ਿਲ ਹੀ ਨਹੀਂ, ਕੋਈ ਟੀਚਾ ਹੀ ਨਹੀਂ, ਇਹ ਕੰਮ ਕਿਉਂ ਕਰਨਾ। ਤੁਸੀਂ ਮਲੇਰਕੋਟਲੇ ਤੋਂ ਤੁਰੇ, ਕੋਈ ਟੀਚਾ ਤਾਂ ਹੋਣਾ ਚਾਹੀਦਾ ਕਿੱਥੇ ਜਾਣਾ। ਜੇ ਇਹੀ ਨਹੀਂ ਪਤਾ ਮੈਂ ਜਾਣਾ ਕਿੱਥੇ ਹੈ, ਕਿਉਂ ਤੁਰੇ, ਉਹ ਤੁਰਨਾ ਵਿਅਰਥ ਜਾਵੇਗਾ, ਕਿਸੇ ਲੇਖੇ ਨਹੀਂ। ਸੁਣਨਾ ਕਿਉਂ ਹੈ? ਪਹਿਲਾਂ ਤੁਰਨ ਤੋਂ ਪਹਿਲਾਂ ਗੁਰਦੁਆਰੇ, ਮੰਦਰ, ਮਸਜਿਦ ਨੂੰ ਇਹ ਸਵਾਲ ਪੈਦਾ ਕਰਿਓ ਅੰਦਰ ਕਿ ਕਿਉਂ ਜਾਣਾ ਹੈ, ਕਿਉਂ ਬਾਣੀ ਸੁਣਨੀ ਹੈ, ਕਿਉਂ ਕਥਾ ਸੁਣਨੀ, ਇਹਦਾ ਕਾਰਨ ਕੀ ਹੈ। ਸੁਣਨ ਦਾ ਕੇਵਲ ਇੱਕੋ ਇੱਕ ਅਰਥ ਹੈ, ਭਾਵ ਹੈ। ਗੁਰਮੁਖ ਪਿਆਰਿਓ, ਸੁਣਨ ਦਾ ਭਾਵ ਹੈ ਜਾਣਨਾ। ਬਸ ਇਹ ਤੋਂ ਬਿਨਾਂ ਸੁਣਨ ਦਾ ਕੋਈ ਅਰਥ ਨਹੀਂ। ਜਿਸ ਸੁਣੇ ਵਿੱਚੋਂ ਕੁਝ ਜਾਣਿਆ ਨਹੀਂ ਗਿਆ, ਉਹ ਸਾਰੀ ਜ਼ਿੰਦਗੀ ਸੁਣੀ ਜਾਈ ਤੇ ਸੁਣਿਆ ਵਿਅਰਥ ਗਿਆ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਾਣੇ ਨਹੀਂ ਗਿਆ, ਸੁਣਨ ਤਾਂ ਕੀ ਭਾਵ ਹੈ। ਸਾਰੀ ਜ਼ਿੰਦਗੀ ਪੜ੍ਹੀ ਜਾਈ ਗ੍ਰੰਥ ਕਿਤਾਬਾਂ, ਜੋ ਪੜ੍ਹਿਆ ਉਹਨੂੰ ਜਾਣਿਆ ਹੀ ਨਹੀਂ, ਪੜ੍ਹਨ ਦਾ ਕੀ ਫਾਇਦਾ। ਦੇਖਣ ਦਾ ਵੀ ਉਹੀ ਫਾਇਦਾ ਹੈ ਜਿਸ ਦੇਖਣ ਵਿੱਚੋਂ ਕੁਝ ਜਾਣਿਆ ਜਾਵੇ। ਸਾਡਾ ਤਲ ਇੱਥੇ ਆ ਕੇ ਖੜ ਗਏ। ਤੁਸੀਂ ਸਾਰੇ ਹੀ ਇਹ ਗੱਲ ਕਹਿੰਦੇ ਹੋ ਕਿ ਭੋਜਨ ਛਕੀਦਾ ਭੁੱਖ ਖਾਤਰ। ਭੁੱਖ ਲੱਗੀ ਰੋਟੀ ਖਾਓ, ਹਟਾਓ ਭੁੱਖ। ਅਗੇ ਭੋਜਨ ਛਕੇ ਤੋਂ ਭੁੱਖ ਹਟ ਜਾਂਦੀ ਹੈ। ਗੁਰਮੁਖੋ, ਭੁੱਖ ਦਾ ਤੇ ਭੋਜਨ ਦਾ ਤਾਂ ਕੋਈ ਸੰਬੰਧ ਹੀ ਨਹੀਂ ਹੈ। ਭੁੱਖ ਤਾਂ ਚੀਜ਼ ਹੋਰ ਹੈ, ਭੋਜਨ ਚੀਜ਼ ਹੋਰ ਹੈ। ਤੁਹਾਡੇ ਗੱਡੀਆਂ ਹੈਗੀਆਂ ਘਰ ਘਰ, ਹੁਣ ਤਾਂ ਟਰੈਕਟਰ ਹੈਗੇ। ਉਸ ਗੱਡੀ ਵਿੱਚ ਇੱਕ ਮੀਟਰ ਹੁੰਦਾ ਹੈ ਜੋ ਡੀਜ਼ਲ, ਪੈਟਰੋਲ, ਗੈਸ ਦੱਸਦਾ ਕਿੰਨਾ। ਸਭ ਦੀਆਂ ਕਾਰਾਂ 'ਚ ਲੱਗਿਆ ਹੋਇਆ, ਜੋ ਦੱਸਦਾ ਡੀਜ਼ਲ ਕਿੰਨਾ ਟਾਂਕੀ ਵਿੱਚ। ਤੇ ਉਹ ਮੀਟਰ ਹੀ ਦੱਸ ਦਿੰਦਾ ਹੈ ਕਿ ਹੁਣ ਟਾਂਕੀ ਖਾਲੀ ਹੈ, ਪੈਟਰੋਲ ਪੰਪ 'ਤੇ ਚੱਲ। ਮੀਟਰ ਹੈ। ਤੇ ਯਾਦ ਰੱਖਿਓ, ਭੁੱਖ ਤੁਹਾਡੇ ਪੇਟ ਵਿੱਚ ਇੱਕ ਵਾਹਿਗੁਰੂ ਨੇ ਮੀਟਰ ਲਾਇਆ ਹੈ ਜਿਹੜਾ ਦੱਸਦਾ ਟਾਂਕੀ ਖਾਲੀ ਹੈ, ਲੰਗਰ ਵੱਲ ਨੂੰ ਚੱਲ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭੁੱਖ ਦਾ ਭੋਜਨ ਨਾਲ ਕੋਈ ਸੰਬੰਧ ਨਹੀਂ। ਇਹਨੇ ਤੇਰੇ ਪੇਟ ਰੂਪੀ ਟਾਂਕੀ ਨੂੰ ਮਾਪਣ ਦਾ ਇੱਕ ਮੀਟਰ ਹੈ ਸਾਡੇ ਅੰਦਰ ਵਾਹਿਗੁਰੂ ਨੇ ਲਾਇਆ। ਅੱਧੀ ਹੈ, ਪੌਣੀ ਹੈ, ਖਾਲੀ ਹੈ, ਇਹਨੂੰ ਭਰ, ਇਹਦੀ ਜ਼ਰੂਰਤ ਪੂਰੀ ਕਰ। ਭੋਜਨ ਕਦੇ ਵੀ ਭੁੱਖ ਖਾਤਰ ਨਹੀਂ ਖਾਈਦਾ ਪ੍ਰੇਮੀਓ। ਭੋਜਨ ਛਕਣ ਦਾ ਇੱਕੋ ਇੱਕ ਮਤਲਬ ਹੈ ਤੇਰੇ ਅੰਦਰ ਖੂਨ ਪੈਦਾ ਹੋਵੇ, ਹੋਰ ਭੋਜਨ ਦਾ ਕੋਈ ਮਤਲਬ ਨਹੀਂ। ਉਹ ਫਰੂਟਾਂ ਤੋਂ ਕਰ ਲਓ, ਕਿਸੇ ਲਿਕੁਇਡ ਦੁੱਧ ਤੋਂ ਕਰ ਲਓ, ਕਿਸੇ ਦਵਾਈ ਤੋਂ ਕਰ ਲਓ, ਅੰਨ ਤੋਂ ਕਰ ਲਓ, ਚੌਲਾਂ ਤੋਂ ਕਰ ਲਓ। ਭੋਜਨ ਦਾ ਕੇਵਲ ਇੱਕ ਮਤਲਬ ਹੈ ਕਿ ਅੰਦਰ ਖੂਨ ਪੈਦਾ ਹੋਵੇ। ਤੇ ਸੁਣਨ ਦਾ ਵੀ ਇੱਕੋ ਇੱਕ ਮਤਲਬ ਹੈ ਤੇਰੇ ਅੰਦਰ ਗਿਆਨ ਪੈਦਾ ਹੋਵੇ। ਜਿਸ ਭੋਜਨ ਦਾ ਖੂਨ ਨਹੀਂ ਬਣਿਆ, ਭਾਵੇਂ 15 ਕੌਲੀਆਂ ਲਾ ਲਿਓ, ਪਲੇਟਾਂ ਚਮਚੇ ਖੜਕਾਈ ਜਾਇਓ, ਤੜਕੇ ਛਮਕੇ ਲਾਈ ਜਾਇਓ, ਉਹ ਭੋਜਨ ਖਾਧਾ ਵਿਅਰਥ ਜਾਊਗਾ ਜਿਹਦਾ ਅੰਦਰ ਖੂਨ ਨਹੀਂ ਬਣਿਆ। ਉਹ ਕਥਾ ਕੀਰਤਨ ਜਿੰਨਾ ਮਰਜ਼ੀ ਕਰੀ ਜਾਇਓ, ਜਿਹਦਾ ਅੰਦਰ ਗਿਆਨ ਨਹੀਂ ਬਣਿਆ, ਉਹ ਕਥਾ ਕੀਰਤਨ ਵੀ ਵਿਅਰਥ ਗਿਆ। ਸਾਡਾ ਤਲ ਹੁਣ ਇੱਥੇ ਆ ਕੇ ਖੜ ਗਿਆ ਕਿ ਭੋਜਨ ਨੂੰ ਬਣਾ ਲਿਆ ਜੀਭ ਦਾ ਸਵਾਦ, ਕੰਨਾਂ ਨੂੰ ਤੇ ਕਥਾ ਕੀਰਤਨ ਨੂੰ ਬਣਾ ਲਿਆ ਕੰਨਾਂ ਦਾ ਸਵਾਦ। ਜਿੰਨੇ ਹੁਣ ਭੋਜਨ ਆਪਾਂ ਛਕਦੇ ਹਾਂ ਜੀਭ ਦਾ ਸਵਾਦ। ਤੁਸੀਂ ਸੱਚ ਬੋਲੇ, ਹੁਣ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੋ। ਕਦੇ ਪ੍ਰਸ਼ਾਦਾ ਛਕਣ ਲੱਗਿਆ ਨੇ ਸੋਚਿਆ ਕਿ ਇਹਦੇ ਵਿੱਚ ਮੇਰੀਆਂ ਲੋੜਾਂ ਹੈਗੀਆਂ ਜੋ ਸਰੀਰ ਨੂੰ ਚਾਹੀਦਾ, ਜਿਹਦੇ ਖਾਤਰ ਮੈਂ ਭੋਜਨ ਛਕ ਰਿਹਾ, ਜੋ ਮੈਂ ਛਕ ਰਿਹਾ ਉਹਦੇ ਵਿੱਚ ਉਹ ਤੱਤ ਹੈਗੇ ਜਿਹੜੇ ਮੈਨੂੰ ਚਾਹੀਦੇ। ਨਹੀਂ ਨਹੀਂ, ਇਹ ਸੋਚਣਾ ਨਹੀਂ। ਸੋਚਣਾ ਹੈ ਤਾਂ ਵੀ ਤੜਕਾ ਕਿਹੋ ਜਿਹਾ ਲੱਗਿਆ ਹੈ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਿਰਚ ਮਸਾਲੇ ਕਿਹੋ ਜਿਹੇ ਪਏ ਹੋਏ,
ਇਹ ਬੈਠੀਆਂ ਸਾਡੀਆਂ ਧੀਆਂ ਭੈਣਾਂ ਤੜਕਾ ਲਾਉਂਦੀਆਂ ਹੀ ਹੈ। ਕਈ ਵਾਰ ਐਸਾ ਤੜਕਾ ਲੱਗਦਾ ਨਾ, ਗੁਆਂਢੀ ਸੁੱਤਾ ਪਿਆ ਉੱਠ ਕੇ ਖੰਘਣ ਲੱਗ ਜਾਂਦਾ। ਤੇ ਹੁਣ ਮੈਨੂੰ ਐਂ ਦੱਸੋ, ਜਿਹਨੂੰ ਖੰਘ ਸੁੱਤੇ ਪਏ ਨੂੰ ਠਾਲਤੀ ਦਾਲ ਸਾਗ ਨੇ, ਉਹ ਤੇਰੇ ਅੰਦਰ ਖੂਨ ਬਣਾਊਗਾ, ਤੈਨੂੰ ਵੀ ਹਸਪਤਾਲੇ ਭੇਜੂਗਾ। ਅੱਜ ਕੇ ਆਖੋ ਸਤਨਾਮ। ਉਹ ਸੁੱਤੇ ਪਏ ਨੂੰ ਸਾਹ ਚੜ ਗਿਆ, ਤੇਰੇ ਤੇ ਅੰਦਰ ਜਾਣਾ ਸਮਾਨ। ਹੋ ਸਭ ਭੋਜਨ ਆਪਾਂ ਨੇ ਜੀਭ ਦਾ ਸਵਾਦ ਬਣਾ ਲਏ, ਜੀਭ ਤੱਕ ਮਹਿਦੂਦ ਆ, ਉਹਨੂੰ ਸਵਾਦ ਲੱਗੇ। ਕਦੇ ਸੋਚਦੇ ਹੀ ਨਹੀਂ ਰੋਟੀ ਛਕਣ ਲੱਗੇ ਕਿ ਜਿਹੜੀ ਮੋਰੇ ਅੰਦਰ ਲੋੜਾਂ ਨੇ ਇਹਦੇ ਵਿੱਚ ਹੈਗੀਆਂ, ਨਹੀਂ ਕਦੇ ਨਹੀਂ। ਬਸ ਜੀਭ ਨੂੰ ਸਵਾਦ ਲੱਗੇ। ਇਹੀ ਤੁਹਾਡਾ ਕਥਾ ਕੀਰਤਨ ਦਾ ਰਹਿ ਗਿਆ। ਰਾਗੀ ਢਾਡੀਆਂ ਨੂੰ ਵੀ ਸਲਿੱਪ ਦੇ ਕੇ ਲਿਖ ਕੇ ਦੇਣਗੇ, ਫਲਾਣਾ ਸ਼ਬਦ ਸੁਣਾਓ, ਮੈਨੂੰ ਚੰਗਾ ਲੱਗਦਾ। ਚਗੋ ਰਾਗੀ ਢਾਡੀਆਂ ਦੀ ਤੇ ਗੱਲ ਛੱਡੋ, ਆ ਸਾਡਾ ਲਾਣਾ ਗ੍ਰੰਥੀਆਂ ਦਾ ਪਾਠੀ ਵਿਚਾਰੇ, ਮੈਂ ਵੀ ਵਿੱਚ। ਜਦ ਤੁਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਨਾ, ਸਮਾਪਤੀ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ 2-3 ਮਿੰਟ ਲੱਗਦੇ ਹੁਕਮਨਾਮਾ ਟੋਲਣ ਖਾਤਰ। 5 ਪੱਤਰੇ ਇੱਧਰ, 5 ਪੱਤਰੇ ਇੱਧਰ। ਉਹ ਦੇਖਦੇ ਕਿੱਥੇ ਲਿਖਿਆ ਗੁਰਪੂਰੈ ਕਿਰਪਾ ਧਾਰੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਟੋਲਣਗੇ। ਕਾਹਤੋਂ ਟੋਲਦੇ ਐ? ਜੇ ਕਿਤੇ ਗ੍ਰੰਥੀ ਨੇ ਹੁਕਮਨਾਮਾ ਲੈ ਤਨ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜਦੇ ਕਮੇਟੀ ਨੂੰ ਕਹੋਗੇ ਇਹ ਗ੍ਰੰਥੀ ਨੂੰ ਕੱਢੋ ਇੱਥੇ, ਤੇ ਸਾਡੇ ਮੁੰਡੇ ਦਾ ਵਿਆਹ ਹੈ, ਤੇ ਇਹ ਕਹਿੰਦਾ ਮੜੀਆਂ ਨੂੰ ਤੁਰੋ। ਇਹ ਹਾਲ ਹੋਇਆ ਅਸੋ ਨਾ ਤੁਹਾਡਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਨੂੰ ਵੀ ਚੁਣਦੇ ਹੋ। ਤੇ ਗੱਲਾਂ ਕਰਦੇ ਮੈਂ ਸੁਣਿਆ ਤੁਹਾਨੂੰ, ਕਹਿੰਦੇ ਵੀ ਇਹਨਾਂ ਦੇ ਭੋਗ ਤੇ ਬੜਾ ਸੁੰਦਰ ਹੁਕਮਨਾਮਾ ਆਇਆ। ਆਇਆ ਤਾਂ ਹੈ ਹੀ ਨਹੀਂ, ਉਹ ਤਾਂ ਲਿਆਂਦਾ ਹੈ ਖਿੱਚ ਕੇ। ਜੇ ਆਉਂਦਾ ਫਿਰ ਮੈਂ ਵੀ ਮੰਨ ਲੈਂਦਾ। ਉਹ ਤਾਂ ਧੂ ਕੇ ਲਿਆਂਦਾ, ਟੋਲ ਟੋਲ ਕੇ। ਇੱਕ ਹੋਰ ਗੱਲ ਸੁਣੋ, ਕਹਿੰਦੇ ਬੜਾ ਸੁੰਦਰ ਹੁਕਮਨਾਮਾ ਆਇਆ। ਇਹਦਾ ਮਤਲਬ ਆਪਾਂ ਬਚ ਗਏ, ਖਰਾਬ ਨਹੀਂ ਆਇਆ। ਅੱਜ ਕੇ ਆਖੋ ਸਤਿਨਾਮ। ਕਿੱਥੇ ਤੁਹਾਡੀ ਅਕਲ ਚਲੀ ਗਈ? ਸਿੱਖੋ ਤੁਸੀਂ ਗੁਰੂ ਮਹਾਰਾਜ ਦੇ ਹੁਕਮਨਾਮਿਆਂ ਨੂੰ ਵੀ ਸੁੰਦਰ ਤੇ ਮਾੜੇ ਬਣਾਤਾ। ਇਹਦਾ ਮਤਲਬ ਹੋ ਗਿਆ ਇਹਦੇ ਵਿੱਚ ਮਾੜੇ ਵੀ ਹੈਗੇ, ਆਪਾਂ ਬਚ ਗਏ, ਆਇਆ ਨਹੀਂ। ਇਹ ਸਭ ਤੁਹਾਡੇ ਕੰਨਾਂ ਦੀਆਂ ਗੱਲਾਂ ਰਹਿ ਗਈਆਂ, ਕੰਨਾਂ ਤੱਕ ਰਹਿ ਗਿਆ। ਭੋਜਨ ਜੀਭ ਤੱਕ ਰਹਿ ਗਿਆ ਬਸ। ਕਿੰਨੀਆਂ ਸਾਦੀਆਂ ਖੁਰਾਕਾਂ ਬਜ਼ੁਰਗ ਖਾਂਦੇ ਹੁੰਦੇ ਸੀ। 5-5 ਮਣ ਦੀਆਂ ਪੰਡਾਂ ਚੱਕ ਲਿਆਉਂਦੇ ਤੇ ਸਾਰਾ ਦਿਨ ਹਲ ਵਾਹੀ ਜਾਂਦੇ, ਤੇ ਵਾਢੀਆਂ ਹੱਥਾਂ ਨਾਲ ਕਰਦੇ ਸੀ। ਇੱਥੇ ਵਿਹਲਿਆਂ ਦਾ ਬਈ ਸਿਰ ਦੁਖਣ ਤੇ ਨਹੀਂ ਹਟਦਾ। ਅੱਜ ਕੇ ਆਖੋ ਸਤਿਨਾਮ। ਵਿਹਲਿਆਂ ਦੇ ਗੋਡੇ ਦੁਖ ਰਹੇ ਨੇ, ਬੈਕ ਪੇਨ ਹੁੰਦੀ ਹੈ, ਕਿਸੇ ਨੂੰ ਮਾਈਗ੍ਰੇਨ ਹੋ ਰਿਹਾ। ਮੈਂ ਫੁੜ ਉੱਥੀ ਲਿਆਵਾਂ ਤੁਹਾਨੂੰ। ਭੋਜਨ ਛਕਣਾ ਅੰਦਰ ਖੂਨ ਬਣੇ, ਕਥਾ ਕੀਰਤਨ ਸੁਣਨਾ ਅੰਦਰ ਗਿਆਨ ਬਣੇ। ਜਿੱਦਣ ਉਹ ਗਿਆਨ ਬਣ ਗਿਆ ਨਾ, ਉਦਣੇ ਤੇਰਾ ਮਨ ਮੰਨ ਗਿਆ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨੇ। ਨਹੀਂ ਮੰਨਣਾ ਇਹਨੇ। ਇਹਦੀ ਮੋਟੀ ਮਿਸਾਲ ਲੈ ਲਓ। ਜਿਸ ਬੰਦੇ ਨੂੰ ਤੁਸੀਂ ਜਾਣ ਲਿਆ ਨਾ, ਉਹਦੇ ਉੱਤੇ ਤੁਹਾਡਾ ਮਨ ਮੰਨ ਜੂਗਾ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਾਣੇ ਤੋਂ ਬਿਨਾਂ ਨਹੀਂ। ਜੇ ਜਾਣੇ ਤੋਂ ਬਿਨਾਂ ਭਰੋਸਾ ਕਰੋਗੇ ਤੇ ਖਤਾ ਖਾਓਗੇ। ਪਹਿਲਾਂ ਜਾਣਨ ਦੀ ਕੋਸ਼ਿਸ਼ ਕਰੋ। ਸਬਜੈਕਟ ਆਪਣਾ ਬੜਾ ਕੰਪਲੀਕੇਟਡ ਹੈ, ਗੁੰਝਲਦਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਾ ਗੁਰਪੁਰਬ। ਪਹਿਲਾਂ ਗੁਰਗੱਦੀ ਸ਼ਬਦ ਨੂੰ ਸਮਝੋ, ਇਹ ਹੈ ਕੀ, ਇਹਦੇ ਅਰਥ ਕੀ ਨੇ। ਗੱਦੀ ਦਾ ਤਾਂ ਤੁਹਾਨੂੰ ਸਭ ਨੂੰ ਪਤਾ ਹੈ। ਆਸਣ, ਬੈਠਣ ਵਾਲੀ ਜਗ੍ਹਾ, ਤਖਤ। ਇਹ ਤੇ ਆਮ ਹੀ ਗੱਲ ਹੈ ਗੱਦੀ। ਡੇਰਿਆਂ 'ਚ ਮਹੰਤ ਆਪਣੇ ਚੇਲਿਆਂ ਨੂੰ ਗੱਦੀਆਂ ਦਿੰਦੇ ਨੇ। ਰਾਜੇ ਮਹਾਰਾਜੇ ਆਪਣੇ ਪੁੱਤਾਂ ਨੂੰ ਗੱਦੀ ਦਿੰਦੇ ਹੁੰਦੇ ਸੀ। ਤੇ ਆਪਣੇ ਘਰਾਂ ਵਿੱਚ ਬਾਪੂ ਤੋਂ ਬਾਅਦ ਪੁੱਤ ਨੂੰ ਗੱਦੀ ਦਿੱਤੀ ਜਾਂਦੀ ਹੈ, ਜਿਹਨੂੰ ਤੁਸੀਂ ਪੱਗ ਦੇਣੀ ਕਹਿੰਦੇ ਹੋ। ਅੱਜ ਕੇ ਆਖੋ ਸਤਿਨਾਮ। ਇਹ ਤਾਂ ਚੱਲ ਰਹੀ ਹੈ ਗੱਲ, ਇਹ ਤੇ ਹਰ ਰੋਜ਼ ਚੱਲ ਰਹੀ ਹੈ। ਗੱਦੀ ਹਰ ਰੋਜ਼ ਚੱਲ ਰਹੀ ਹੈ, ਕਿਸੇ ਕਿਸਮ 'ਚ ਹੋਵੇ, ਪਰ ਸ਼ਬਦ ਹੈ ਗੁਰ ਗੱਦੀ।
ਹੁਣ ਗੁਰ ਤੋਂ ਕੀ ਭਾਵ ਲਓਗੇ? ਸਿੱਖ ਜਗਤ ਵਿੱਚ ਗੁਰੂ ਦਾ ਇੱਕੋ ਇੱਕ ਅਰਥ ਹੈ, ਉਹ ਹੈ ਸ਼ਬਦ। ਸ਼ਬਦ ਗੁਰੂ, ਦੂਜਾ ਅਰਥ ਹੈ ਹੀ ਨਹੀਂ। ਗੁਰੂ ਤੇ ਸ਼ਬਦ ਹੈ ਗੁਰਸਿੱਖ ਪਿਆਰਿਓ। ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਦਿੱਤੀ। ਕਿਹਨੂੰ ਗੱਦੀ ਦਿੱਤੀ? ਇਹ ਗੁਰੂ ਕੌਣ ਹੈ? ਸ਼ਬਦ ਨੂੰ ਇਹ ਗੱਦੀ ਦਿੱਤੀ ਹੈ। ਅੱਜ ਕਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਨੂੰ ਗੱਦੀ ਦਿੱਤੀ ਹੈ। ਕੋਈ ਕਿਤਾਬ ਗ੍ਰੰਥ ਲਿਖਤ ਨਹੀਂ ਹੈ, ਇਹ ਸ਼ਬਦ ਹੈ। ਪਹਿਲੀ ਗੱਲ ਗੁਰਗੱਦੀ ਜੋ ਆਪਾਂ ਨੇ ਮਨਾਈ ਹੈ, ਇਹ ਹੈ ਸ਼ਬਦ ਨੂੰ ਗੱਦੀ, ਸ਼ਬਦ ਨੂੰ ਬਖਸ਼ਿਸ਼ ਹੋਈ ਹੈ। ਇਹਦਾ ਭੁਲੇਖਾ ਨਾ ਰੱਖਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਨੂੰ ਗੱਦੀ ਦਿੱਤੀ ਹੈ। ਹੈਗਾ ਭੁਲੇਖਾ ਸਾਨੂੰ। ਤੇ ਮੈਂ ਤੁਹਾਨੂੰ ਬੇਨਤੀ ਕਰਾਂ, 9 ਗੁਰੂਆਂ ਨੇ ਆਪਣੇ ਕੋਲੋਂ ਕੁਝ ਵੀ ਨਹੀਂ ਕੀਤਾ। ਜੋ ਗੁਰੂ ਨਾਨਕ ਕਹਿ ਗਏ ਉਹੀ ਕੁਝ ਕੀਤਾ ਹੈ। ਅੱਜ ਕਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜੁਦੀ ਗੱਲ ਹੈ, ਆਪਾਂ ਨੂੰ ਵੀ ਤਬਦੀਲੀ ਲਿਆਉਣੀ ਪੈਂਦੀ ਹੈ। ਬੱਚੇ ਤੁਹਾਡੇ ਸਕੂਲ ਵਿੱਚ ਜਾਣਗੇ, ਪੁਸ਼ਾਕ ਹੋਰ ਪਾਈ ਵੀ ਹੋਊਗੀ। ਘਰ ਵਿੱਚ ਆਉਣਗੇ ਹੋਰ। ਤੁਸੀਂ ਮਹਿਮਾਨਾਂ ਕੋਲ ਜਾਓਗੇ, ਪੁਸ਼ਾਕ ਹੋਰ ਹੋਊਗੀ। ਖੇਤ ਵਿੱਚ ਕੰਮ ਕਰਨ ਜਾਓਗੇ, ਪੁਸ਼ਾਕ ਹੋਰ ਹੋਊਗੀ। ਬੰਦਾ ਉਹੀ ਹੈ। ਫੌਜ ਵਿੱਚ ਗਿਆ, ਪੁਸ਼ਾਕ ਬਦਲ ਗਈ। ਪੁਲਿਸ ਵਿੱਚ ਗਿਆ, ਪੁਸ਼ਾਕ ਬਦਲ ਗਈ। ਬੰਦਾ ਉਹੀ ਹੈ। ਡਾਕਟਰ ਬਣ ਗਿਆ ਤੇ ਕੱਪੜੇ ਬਦਲ ਗਏ। ਵਕੀਲ ਬਣ ਗਿਆ ਤੇ ਪੁਸ਼ਾਕ ਬਦਲ ਗਈ। ਬੰਦਾ ਤੇ ਨਹੀਂ ਬਦਲਿਆ। ਯਾਦ ਰੱਖਿਓ ਬੇਨਤੀ, ਗੁਰੂ ਨਾਨਕ ਦੀ ਜੋਤ ਨਹੀਂ ਬਦਲੀ, ਉਹਦੀ ਜੋਤ ਨੇ 10 ਸਰੀਰ ਰੂਪੀ ਕੱਪੜੇ ਹੀ ਬਦਲੇ ਹੈ। ਅੱਜ ਕਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਰੀਰ ਇੱਕ ਕੱਪੜਾ ਹੈ, ਹੋਰ ਨਹੀਂ ਕੁਝ ਵੀ ਬਦਲਿਆ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ। ਸਾਨੂੰ ਇੱਕ ਵਹਿਮ ਹੈ, ਤੇ ਮੇਰੇ ਵਰਗੇ ਕਹਿ ਵੀ ਜਾਂਦੇ ਸਟੇਜ ਤੇ ਕਿ ਬਾਬੇ ਨਾਨਕ ਨੇ ਲਹਿਣੇ ਨੂੰ ਗੱਦੀ ਦਿੱਤੀ। ਕਦੇ ਗੁਰਮਤਿ ਵਿੱਚ ਮੰਨਣ ਵਾਲੀ ਉਹ ਚੀਜ਼ ਨਹੀਂ। ਲਹਿਣਾ ਤਾਂ ਸਰੀਰ ਹੈ, ਲਹਿਣਾ ਤਾਂ ਬੰਦਾ ਹੈ। ਤੇ ਗੁਰੂ ਨਾਨਕ ਕਹਿੰਦਾ ਸ਼ਬਦ ਗੁਰੂ, ਤੇ ਗੱਦੀ ਦੇ ਰਿਹਾ ਇੱਕ ਬੰਦੇ ਨੂੰ। ਮੈਚ ਨਹੀਂ ਕਰਦੀ ਚੀਜ਼। ਆਮ ਸਮਝਿਆ ਹੀ ਜਾਂਦਾ ਕਿ ਲਹਿਣੇ ਨੂੰ ਗੱਦੀ ਦਿੱਤੀ। ਨਾਲੇ ਤੁਸੀਂ ਸੁਣਦੇ ਵੀ ਨਿਤੋਂ, ਲਹਿਣੇ ਨੂੰ ਕਦੋਂ ਗੱਦੀ ਦਿੱਤੀ? ਜਦੋਂ ਲਹਿਣਾ ਲਹਿਣਾ ਨਹੀਂ ਸੀ ਰਿਹਾ। ਲਹਿਣੇ ਨੂੰ ਗੱਦੀ ਨਹੀਂ ਦਿੱਤੀ। ਗੱਦੀ ਦੇਣ ਤੋਂ ਪਹਿਲਾਂ ਕਹਿ ਦਿੱਤਾ ਗੁਰੂ ਨਾਨਕ ਨੇ, ਲਹਿਣਿਆ ਹੁਣ ਤੂੰ ਨਾਨਕ ਹੈ ਤੇ ਮੈਂ ਲੈਣਾ ਹੈ। ਅੱਜ ਕਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜੁਦੀ ਗੱਲ। ਅਸੀਂ ਫੇਰ ਉਹਨੂੰ ਲੈਣਾ ਕਹੀ ਜਾਈਏ ਕਿ ਲੈਣੇ ਨੂੰ ਗੱਦੀ ਦਿੱਤੀ। ਬਾਬੇ ਨਾਨਕ ਨੇ ਮੰਨ ਲਿਆ ਕਿ ਤੂੰ ਹੁਣ ਨਾਨਕ ਹੈ, ਮੈਂ ਲੈਣਾ ਹੈ। ਅਸੀਂ ਫੇਰ ਉਸ ਲੈਣੇ ਨੂੰ ਇਹ ਲੈਣਾ ਕਹਿੰਦੇ ਨਹੀਂ। ਲੈਣਾ ਇੱਕ ਸਰੀਰ ਸੀ, ਦੇਹੀ ਸੀ, ਬੰਦਾ ਸੀ, ਤੇ ਗੁਰੂ ਤੇ ਸ਼ਬਦ ਹੈ। ਬਾਬੇ ਨਾਨਕ ਨੇ ਬਾਬਾ ਲਹਿਣਾ ਜੀ ਨੂੰ ਸਰੀਰ ਨਹੀਂ ਸੀ ਰਹਿਣ ਦਿੱਤਾ। ਉਹ ਸਰੀਰ ਨੂੰ ਸ਼ਬਦ ਨਿਰਗੁਣ ਵਿੱਚ ਬਦਲ ਦਿੱਤਾ ਸੀ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਕਸਵੱਟੀ ਹੈ ਗੁਰੂ ਘਰ ਦੀ। ਗੁਰੂ ਅਮਰਦਾਸ ਜੀ ਨੂੰ ਗੱਦੀ ਨਹੀਂ ਦਿੱਤੀ ਗਈ। ਉਹ ਤੇ ਸਰੀਰ ਸੀ, ਉਹ ਤੇ ਬਾਸਰਕੇ ਦਾ ਰਹਿਣ ਵਾਲਾ ਭਾਈ ਸੀ ਕੋਈ ਨਹੀਂ। ਉਹਨਾਂ ਦੇ ਵੀ ਸਰੀਰ ਨੂੰ ਨਿਰਗੁਣ ਬਣਾ ਦਿੱਤਾ ਸੀ। ਤੁਹਾਡੇ ਮਲੇਰਕੋਟਲੇ ਡਾਕਟਰ ਵੀ ਬਣਾਉਂਦੇ ਨੇ, ਲੁਧਿਆਣੇ ਵੀ ਬਣਾਉਂਦੇ ਨੇ। ਤੁਹਾਡੇ ਚੋਂ ਵੀ ਕੋਈ ਬਣਿਆ ਹੋ, ਮੈਂ ਵੀ ਬਣਿਆ। ਜਦੋਂ ਆਪਰੇਸ਼ਨ ਕਰਦਾ ਡਾਕਟਰ, ਬੰਦਾ ਜਿਉਂਦਾ ਹੀ ਹੁੰਦਾ ਨਾ, ਬਿਲਕੁਲ ਜਿਉਂਦਾ ਹੁੰਦਾ ਜਿਉਂਦਾ, ਪਰ ਆਪਣੇ ਸਰੀਰ ਤੋਂ ਪਰੇ ਹੁੰਦਾ ਹੈ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਛੇਤੀ ਸਮਝ ਵਿੱਚ ਆਉਣ ਵਾਲੀ ਚੀਜ਼। ਹੁੰਦਾ ਉਹਦਾ ਸਰੀਰ ਹੈ, ਪਰ ਸਰੀਰ ਦੇ ਨਾਲ ਸੰਬੰਧ ਨਹੀਂ ਹੁੰਦਾ। ਜੇ ਸਰੀਰ ਦੇ ਨਾਲ ਸੰਬੰਧ ਹੋਊ ਤੇ ਕਟਵਟ ਹੋਏ ਨਹੀਂ ਸਕਦੀ। ਕਿੱਥੇ ਪੇਟ ਪਾੜ ਦਊਗਾ, ਕਿੱਥੇ ਚੀਰੇ ਦਊਗਾ, ਕਿੱਥੇ ਸਰਜਰੀ ਕਰੂਗਾ ਜਿਉਂਦੇ ਬੰਦੇ ਦੀ। ਜਦ ਵੀ ਆਪਰੇਸ਼ਨ ਹੋਵੇਗਾ ਜਿਉਂਦੇ ਬੰਦੇ ਦਾ ਹੋਵੇਗਾ।
ਤੇ ਕੱਟ ਵੱਢ ਡੈਡ ਬੋਡੀ ਦੀ ਵੀ ਹੁੰਦੀ ਹੈ। ਉਹਨੂੰ ਆਪਰੇਸ਼ਨ ਨਹੀਂ ਕਿਹਾ ਜਾਂਦਾ, ਪੜ੍ਹੇ ਲਿਖੇ ਬੈਠੇ ਤੁਸੀਂ, ਉਹਨੂੰ ਪੋਸਟਮਾਰਟਮ ਕਿਹਾ ਜਾਂਦਾ। ਹੁੰਦਾ ਆਪਰੇਸ਼ਨ ਹੈ, ਚੀਰ ਫਾੜੇ ਕਰਨੀ ਹੈ ਨਾ, ਵੇਖਣਾ ਇਹਦੇ ਅੰਦਰ ਕੀ ਹੈ। ਆਪਰੇਸ਼ਨ ਵੀ ਦੇਖਣਾ ਹੁੰਦਾ ਇਹਦੇ ਅੰਦਰ ਕੀ ਹੈ। ਪਰ ਵੇਖੋ ਜਦੋਂ ਡੈਡ ਬਾਡੀ ਦਾ ਆਪਰੇਸ਼ਨ ਕਰਨਗੇ ਕੱਟ ਵੱਢ, ਉਹਨੂੰ ਪੋਸਟਮਾਰਟਮ ਕਹਿਣਗੇ। ਜਿਉਂਦੇ ਦੀ ਕੱਟ ਵੱਢ ਕਰਨਗੇ ਉਹਨੂੰ ਆਪਰੇਸ਼ਨ ਕਹਿਣਗੇ। ਬੰਦਾ ਜਿਉਂਦਾ ਹੁੰਦਾ ਜਦੋਂ ਲੱਤ ਵੱਢਤੀ, ਹਾਰਟ ਵੱਢ ਕੱਢ ਦਿੱਤਾ, ਗਾਲ ਬਲੈਡਰ ਕੱਢ ਦਿੱਤਾ, ਕਿਡਨੀਆਂ ਕੱਢ ਦਿੱਤੀਆਂ, ਪਰ ਦੁੱਖ ਕਿਉਂ ਨਹੀਂ ਹੋਇਆ? ਕਿਉਂਕਿ ਸਰੀਰ ਤੋਂ ਡਾਕਟਰ ਨੇ ਉਹਦਾ ਸੰਬੰਧ ਤੋੜ ਦਿੱਤਾ। ਗੁਰੂ ਵਿੱਚ ਵੀ ਇੱਕ ਸ਼ਕਤੀ ਹੈ, ਉਹ ਸਿੱਖ ਦਾ ਜਿਉਂਦੇ ਦਾ ਸਰੀਰ ਤੋਂ ਸੰਬੰਧ ਤੋੜ ਦਿੰਦਾ ਹੈ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਵਿੱਚ ਵੀ ਸ਼ਕਤੀ ਹੈ, ਸ਼ਬਦ ਵਿੱਚ ਸ਼ਕਤੀ ਹੈ ਕਿ ਸਿੱਖ ਹੋਵੇਗਾ ਜਿਉਂਦਾ, ਪਰ ਸਰੀਰ ਨਾਲ ਸੰਬੰਧ ਨਹੀਂ ਹੋਵੇਗਾ। ਤੁਹਾਨੂੰ ਪਤਾ ਹੀ ਹੈ, ਜੇ ਮਤੀ ਦਾਸ ਦਾ ਸਰੀਰ ਨਾਲ ਸੰਬੰਧ ਹੁੰਦਾ ਤੇ ਆਰਾ ਜਦੋਂ ਚੀਰ ਰਿਹਾ ਸੀ ਉਦੋਂ ਜਪਜੀ ਪੜ੍ਹਦਾ, ਉਹ ਤਾਂ ਦੁਹਾਈ ਪਾ ਦਿੰਦਾ, ਹਾਹਾਕਾਰ ਮਚ ਜਾਂਦੀ। ਨਹੀਂ, ਸਰੀਰ ਨਾਲ ਨਹੀਂ ਸੀ ਮਤੀ ਦਾਸ, ਸ਼ਬਦ ਨਾਲ ਜੁੜਿਆ ਹੋਇਆ ਸੀ। ਜਿਵੇਂ ਆਪਰੇਸ਼ਨ ਦੇ ਸਮੇਂ ਸਰੀਰ ਨਾਲ ਨਹੀਂ ਬੰਦਾ ਜੁੜਿਆ ਹੋਇਆ, ਦਿੱਤੀ ਹੋਈ ਦਵਾਈ ਨਾਲ ਜੁੜਿਆ ਹੋਇਆ ਹੈ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਮਝ ਵਿੱਚ ਆ ਗਈ ਹੋਣੀ ਹੈ ਚੀਜ਼। ਸਰੀਰ ਨਾਲ ਉਸ ਸਮੇਂ ਕੋਈ ਸੰਬੰਧ ਨਹੀਂ ਬੰਦੇ ਦਾ, ਜੋ ਦਵਾਈ ਦਿੱਤੀ ਹੈ ਉਹਦੇ ਨਾਲ ਸੰਬੰਧ ਹੈ। ਉਸ ਦਵਾਈ ਦਾ ਜਿੰਨਾ ਚਿਰ ਅਸਰ ਰਹੇਗਾ, ਸਰੀਰ ਤੋਂ ਪਰੇ ਰਹੇਗਾ, ਤੇ ਜਦੋਂ ਦਵਾਈ ਦਾ ਅਸਰ ਹਟ ਜਾਏਗਾ, ਫਿਰ ਵੇਖੋ ਕਿਵੇਂ ਹਾਕਾਂ ਮਾਰਦੇ ਨੇ, ਮਰ ਗਿਆ, ਦਰਦ ਹੁੰਦਾ, ਲਿਆਓ ਡਾਕਟਰ, ਨਰਸਾਂ ਨੂੰ ਬੁਲਾਓ, ਕਿਉਂਕਿ ਸਰੀਰ ਨਾਲ ਜੁੜਦਾ ਰਿਹਾ। ਇਹ ਜਿਹੜੀਆਂ ਦਵਾਈਆਂ ਨੇ 72 ਘੰਟੇ ਤੱਕ ਇਹਨਾਂ ਦੀ ਕਪੈਸਿਟੀ ਹੋ ਗਈ ਹੈ। ਹਾਰਟ ਵਾਲੇ ਨੂੰ 72 ਘੰਟੇ ਬੇਹੋਸ਼ ਰੱਖਦੇ ਨੇ, ਉਹ ਤੋਂ ਬਾਅਦ ਇਹਨਾਂ ਦੀ ਅਸਰ ਕਮ ਹੁੰਦਾ ਜਾਂਦਾ, ਕੁਝ 6 ਘੰਟੇ, ਕੁਝ 8 ਘੰਟੇ। ਪਰ ਜਿਹੜਾ ਗੁਰੂ ਸ਼ਬਦ ਦੀ ਦਵਾਈ ਦਿੰਦਾ ਉਹਨੂੰ ਤਾਂ ਫਿਰ ਤੁਸੀਂ ਪੜ੍ਹਦੇ ਹੀ ਹੋ। ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ ਖੁਮਾਰੀ, ਚੜੀ ਰਹੇ ਦਿਨ ਰਾਤ ਸੱਚੇ ਨਾਮ ਦੀ ਖੁਮਾਰੀ। ਬੋਲਿਆ ਕਰੋ ਚੜੀ ਰਹੇ ਦਿਨ ਰਾਤ ਸੱਚੇ ਨਾਮ ਦੀ, ਚੜੀ ਰਹੇ ਦਿਨ ਰਾਤ ਨਾਮ ਦੀ ਖੁਮਾਰੀ। ਨਾਮ ਦੀ ਖੁਮਾਰੀ, ਸੱਚੇ ਨਾਮ ਦੀ ਖੁਮਾਰੀ। ਤੇਰੇ ਨਾਮ ਦੀ ਖੁਮਾਰੀ, ਨਾਮ ਦੀ ਖੁਮਾਰੀ। ਚੜੀ ਰਹੇ ਦਿਨ ਰਾਤ ਸੱਚੇ ਨਾਮ ਦੀ ਖੁਮਾਰੀ, ਚੜੀ ਰਹੇ ਦਿਨ ਰਾਤ ਤੇਰੇ ਨਾਮ ਦੀ ਖੁਮਾਰੀ।
ਹਰ ਦਵਾਈ ਦਾ ਅਸਰ ਹੈ, ਕਿੰਨਾ ਚਿਰ ਰਹਿਣਾ ਹੈ। ਜੇ ਉਹ ਦਵਾਈ ਰੱਖ ਵੀ ਛੱਡੀਏ ਨਾ, ਆਪਾਂ ਨਾ ਵਰਤੀਏ, ਉਹਦਾ ਅਸਰ ਪਈ ਪਈ ਦਾ ਵੀ ਖਤਮ ਹੋ ਜਾਣਾ ਹੈ। ਅਜ ਕੇ ਆਖੋ ਸਤਨਾਮ ਸ੍ਰੀ ਜਿਹਨੂੰ ਤੁਸੀਂ ਕਹਿੰਦੇ ਐਕਸਪਾਇਰ ਹੋ ਗਈ, ਮੁਨਿਆਦ ਲੰਘ ਗਈ, ਅਸਰ ਗਿਆ। ਵਾਹਿਗੁਰੂ ਦੇ ਨਾਮ ਦੀ ਖੁਮਾਰੀ, ਇਹਦਾ ਅਸਰ ਕਿਉਂ ਨਹੀਂ ਹਟਣਾ? ਜਦੀ ਸ੍ਰਿਸ਼ਟੀ ਸਾਜੀ ਹੈ ਉਦੋਂ ਦਾ ਹੀ ਨਾਮ ਹੈ, ਐਕਸਪਾਇਰ ਹੋਇਆ ਹੀ ਨਹੀਂ। ਅਜ ਕੇ ਆਖੋ ਸਤਨਾਮ। ਇਹਦੀ ਮੁਨਿਆਦ ਹੀ ਨਹੀਂ ਕੋਈ ਕਿ 10 ਦਿਨ ਚੱਲੂਗਾ, ਕਿ 100 ਸਾਲ, ਕਿ 50 ਸਾਲ। ਇਹਦੇ ਵੀ ਸ਼ਕਤੀ ਉਹ ਐਸੀ ਹੈ। ਸੋ ਸ਼ਬਦ ਜੋ ਹੈ, ਗੁਰੂ ਜੋ ਹੈ, ਉਹਦੇ ਵਿੱਚ ਸ਼ਕਤੀ ਹੈ। ਜਿਹਨੂੰ ਬਖਸ਼ਿਸ਼ ਹੋ ਜਾਵੇ, ਉਹ ਜਿਉਂਦਾ ਹੀ ਸਰੀਰ ਤੋਂ ਪਰੇ ਹੋ ਜਾਂਦਾ। ਉਸੇ ਨੂੰ ਕਿਹਾ ਨਿਰਗੁਣ ਆਪ ਸਰਗੁਣ ਵੀ ਉਹੀ। ਹੁੰਦਾ ਜੀਵ ਇੱਕੋ ਹੈ। ਜਦ ਤੱਕ ਗੁਰੂ ਦੀ ਕਿਰਪਾ ਨਹੀਂ, ਸ਼ਬਦ ਦੀ ਦਵਾਈ ਨਹੀਂ ਖਾਧੀ, ਇਹ ਸਰਗੁਣ ਹੈ, ਜੜ ਬਣਿਆ ਫਿਰਦਾ। ਗੁਰਸਿੱਖ ਪਿਆਰਿਓ, ਦੁੱਖ ਸੁੱਖ ਸਾਰੇ ਵਿਆਪਤ ਨੇ। ਤੇ ਜਦੋਂ ਸ਼ਬਦ ਦੀ ਦਵਾਈ ਖਾ ਲਈ, ਇਸ ਜੜਤਾ ਤੋਂ ਪਰੇ ਹੋ ਗਏ ਸਰੀਰ ਤੋਂ। ਨਾਲੇ ਇੱਕ ਹੋਰ ਮੋਟੀ ਜੀ ਗੱਲ ਗੁਰਬਾਣੀ ਦੀ ਯਾਦ ਰੱਖਿਓ, ਜਿਉਂ ਜਿਉਂ ਸਰੀਰ ਨਾਲ ਜੁੜਦੇ ਜਾਓਗੇ, ਦੁਖੀ ਹੁੰਦੇ ਜਾਓਗੇ। ਦੁਖੀ ਜਿਉਂ ਜਿਉਂ ਇਹ ਤੋਂ ਪਰੇ ਹੁੰਦੇ ਜਾਓਗੇ, ਸੁਖੀ ਹੁੰਦੇ ਜਾਓਗੇ। ਇਹ ਸਾਰੇ ਦੁੱਖ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਵਿਦਾਂਤ ਦਾ ਗ੍ਰੰਥ ਲਿਖਿਆ, ਮੋਕਸ਼ ਪੰਥ। ਸਾਫ਼ ਲਿਖ ਦਿੱਤਾ ਉਹਨਾਂ ਨੇ ਕਿ ਸਗਲ ਦੁੱਖ ਕੋ ਕਾਰਨ ਦੇ। ਸਾਰੇ ਦੁੱਖਾਂ ਦਾ ਕਾਰਨ ਸਰੀਰ ਹੈ, ਹੋਰ ਚੀਜ਼ੇ ਨਹੀਂ ਕੋਈ। ਹੁਣ ਭੇਦ ਹੈ ਇਹਦੇ ਵਿੱਚ, ਦੁੱਖਾਂ ਦਾ ਕਾਰਨ ਸਰੀਰ ਕਿਉਂ ਹੈ? ਦੁੱਖਾਂ ਦਾ ਬੀਜ ਹੈ ਭੁੱਖ। ਜਿੱਥੇ ਭੁੱਖ ਉੱਥੇ ਦੁੱਖ। ਤੇ ਭੁੱਖ ਲੱਗਣੀ ਹੈ ਸਰੀਰ ਨੂੰ। ਅਜ ਕੇ ਆਖੋ ਸਤਨਾਮ। ਭੁੱਖਾਂ ਦਾ ਸੋਮਾ ਖੂਹ ਹੈ ਸਰੀਰ, ਭਰਿਆ ਪਿਆ ਭੁੱਖਾਂ ਨਾਲ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ। ਭੁੱਖੇ ਦਾ ਭੁੱਖਾ। ਤੁਸੀਂ 8 ਵਜੇ ਮੈਨੂੰ ਪਤਾ ਹੈ ਪ੍ਰਸ਼ਾਦਾ ਛਕਦੇ ਹੋ, ਉਹਨੂੰ ਹਾਜ਼ਰਾ ਕਹਿੰਦੇ ਹੁੰਦੇ ਸੀ ਆਪਾਂ। ਹੁਣ ਤਾਂ ਸਾਰੇ ਹੀ, ਚਾਹੇ ਊੜਾੜਾ ਵੀ ਨਾ ਆਵੇ, ਬ੍ਰੇਕਫਾਸਟ ਹੀ ਕਹਿੰਦੇ ਅਜ ਕੇ ਆਖੋ ਸਤਨਾਮ। ਬ੍ਰੇਕਫਾਸਟ ਪੰਜਾਬੀ ਦੀ ਬੋਲੀ ਉਹ ਭੁੱਲਦੇ ਜਾਂਦੇ ਆਪਾਂ। ਤੇ ਸੋਹਣੇ ਮਿੱਸੇ ਪ੍ਰਸ਼ਾਦੇ, ਪਰੌਂਠੇ ਪਰੂੰਠੇ ਤੁਸੀਂ ਛਕਦੇ ਹੋ 8 ਵਜੇ, ਦਹੀਂ ਦੂਈ ਵੀ ਨਾਲ ਹੁੰਦਾ। ਤੇ ਤੁਹਾਡੀਆਂ ਘਰ ਵਾਲੀਆਂ ਬੀਬੀਆਂ ਕਹਿਣਗੀਆਂ ਹੋਰ ਲੈ ਲਓ, ਤੁਸੀਂ ਹੱਥ ਬੰਨੋਗੇ, ਰੱਜ ਗਿਆ, ਆਨੰਦ ਹੋ ਗਿਆ, ਕਹਿੰਦੇ ਹੋ ਨਾ। 8 ਵਜੇ ਤੁਸੀਂ ਰੱਜੇ ਹੋ, 12 ਵਜੇ ਫੇਰ ਫਿਰੋਗੇ ਵੀ ਤਵਾ ਚੜਿਆ ਕਿ ਨਹੀਂ। ਅਜ ਕੇ ਆਖੋ ਸਤਨਾਮ। 1 ਵਜੇ ਫੇਰ ਟਾਂਕੀ ਫੁੱਲ ਕਰਨੀ ਹੈ, 7 ਵਜੇ ਫੇਰ ਦੇਖੋਗੇ ਵੀ ਪਰਾਤ ਖੜਕੀ ਹੈ ਕਿ ਨਹੀਂ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ। ਇਹਨੇ ਨਹੀਂ ਰੱਜਣਾ। ਜਿੰਨੀ ਭੁੱਖ ਓਨੇ ਦੁੱਖ। ਭੁੱਖ ਸੰਬੰਧ ਹੈ ਸਰੀਰ ਦੇ ਨਾਲ, ਇਹਨੂੰ ਭੁੱਖ ਹੈ। ਤੇ ਗੁਰਸਿੱਖ ਪਿਆਰਿਓ, ਜਿੱਥੇ ਭੁੱਖ ਉੱਥੇ ਦੁੱਖ। ਅਸੀਂ ਇਸ ਭੁੱਖ ਨੂੰ ਹਟਾਉਂਦੇ ਫਿਰਦੇ ਹਾਂ ਪਦਾਰਥ ਨਾਲ, ਸਵਾਦਾਂ ਨਾਲ, ਸੋਹਣੇ ਕੱਪੜਿਆਂ ਨਾਲ, ਸੋਹਣੀਆਂ ਕੋਠੀਆਂ ਨਾਲ, ਮਾਇਆ ਦੇ ਨਾਲ। ਇਹਨੂੰ ਪਤਾ ਬਾਣੀ ਨੇ ਕੀ ਲਿਖਿਆ ਕਿ ਬਲਦੀ ਉੱਪਰ ਤੇਲ। ਅੱਗ ਮਚ ਰਹੀ ਹੈ, ਉਹਨੂੰ ਬੁਝਾਉਂਦਾ ਫਿਰਦਾ ਉੱਪਰ ਤੇਲ ਪਾ ਕੇ। ਕਿਤੇ ਅੱਗ ਤੇਲ ਨਾਲ ਬੁਝੀ ਹੈ, ਭੜਕੂਗੀ ਨਾ। ਇਹਨਾਂ ਚੀਜ਼ਾਂ ਦੀ ਤਾਂ ਅੰਦਰ ਅੱਗ ਮਚੀ ਹੈ, ਪ੍ਰਾਪਤ ਹੋਣ। ਇਹਨਾਂ ਚੀਜ਼ਾਂ ਨੂੰ ਇਹ ਉੱਪਰ ਪਾ ਕੇ ਬੁਝਾਉਣ ਲੱਗਿਆ ਹੋਇਆ। ਆਖੋ ਸਤਨਾਮ। ਇਹ ਤਾਂ ਬਲਦੀ ਉੱਪਰ ਤੇਲ। ਮਾਇਆ ਦੀ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਤੇ ਮਾਇਆ ਨਾਲ ਬੁਝਾਉਣਾ ਚਾਹੁੰਦੇ ਨਹੀਂ। ਲੱਕੜੀਆਂ ਦੀ ਅੱਗ ਲੱਕੜੀ ਨਾਲ ਕਦੋਂ ਬੁਝੂਗੀ? ਉਹ ਤਾਂ ਪਾਣੀ ਨਾਲ ਬੁਝੂਗੀ। ਗੁਰਮਤਿ ਵਿੱਚ ਪਾਣੀ ਕੀ ਹੈ? ਪਾਣੀ ਹੈ ਸੰਤੋਖ। ਅਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤੋਖ ਦਾ ਪਾਣੀ ਪਾਏ ਇਸ ਅੱਗ ਉੱਤੇ, ਇਹ ਅੱਗ ਬੁਝਦੀ ਜਾਵੇਗੀ। ਅਸੀਂ ਤੇਲ ਪਾ ਰਹੇ ਹਾਂ। ਪਦਾਰਥ ਦੀ ਅੰਦਰ ਅੱਗ ਹੈ, ਲੋੜਾਂ ਨੇ।
ਤੇ ਪਦਾਰਥ ਨਾਲ ਉਹਨੂੰ ਬੁਝਾਉਣੀਆਂ ਚਾਹੁੰਦੇ ਆ। ਸਰੀਰ ਦੇ ਵਿੱਚ ਜਦੋਂ ਸ਼ਬਦ ਦਾ ਵਾਸਾ ਹੋ ਜਾਂਦਾ ਤਾਂ ਸਾਡਾ ਜੀਵ ਇਹ ਤੋਂ ਪਰੇ ਹੋਣਾ ਸ਼ੁਰੂ ਹੋ ਜਾਂਦਾ। ਇਹਦੀ ਮੋਟੀ ਮਿਸਾਲ ਲੈ ਲਓ, ਪੜ੍ਹਨਾ ਗੁਣਨਾ ਤਾਂ ਸੰਸਾਰ ਦੀ ਕਾਰ ਹੈ, ਪਰ ਜਿਨ੍ਹਾਂ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੇ ਸਰੀਰ ਵਿੱਚ ਸ਼ਬਦ ਦਾ ਵਾਸਾ ਹੋ ਜਾਂਦਾ ਨਾ, ਉਹ ਮਾਇਆ ਦੀ ਖਿੱਚ ਤੋਂ ਪਰੇ ਹੁੰਦੇ ਜਾਂਦੇ ਨੇ, ਪਰੇ ਹੁੰਦੇ ਜਾਂਦੇ ਨੇ। ਤੇ ਗੁਰਬਾਣੀ ਨੂੰ ਮੰਨੋ ਨਾ ਮੰਨੋ, ਬਿਲਕੁਲ ਸੱਚ ਹੈ। ਜਦੋਂ ਤੂੰ ਮਾਇਆ ਤੋਂ ਪਰੇ ਹੁੰਦਾ ਜਾਵੇਂਗਾ ਨਾ, ਮਾਇਆ ਤੇਰੇ ਨੇੜੇ ਆਉਂਦੀ ਜਾਵੇਗੀ। ਜਿੰਨਾ ਤੂੰ ਇਹਦੇ ਨੇੜੇ ਨੂੰ ਤੁਰੇਂਗਾ ਤੇ ਇੱਥੋਂ ਦੂਰ ਹੁੰਦੀ ਜਾਵੇਗੀ। ਕਹੋ ਨਾਨਕ ਜਬ ਤਿਆਗ ਦਈ ਤਬ ਉਹ ਸ਼ਰਣੀ ਆਏ ਪਈ। ਇਹ ਤਾਂ ਪਰਛਾਵਾਂ ਹੈ, ਮਹਾਮਾਈ ਹੈ ਤਾਂ ਕੀ ਛਾਇਆ, ਪਰਛਾਵਾਂ ਹੈ। ਇੱਥੇ ਖੜ ਜਿਓ ਦੁਪਹਿਰੇ, ਤੁਹਾਡਾ ਪਰਛਾਵਾਂ ਹੋਵੇਗਾ ਤੇ ਪਰਛਾਵੇਂ ਵੱਲ ਮੂੰਹ ਕਰਕੇ ਨੱਠਿਓ। ਜਿੰਨੀ ਸਪੀਡ ਤੂੰ ਵਧਾਵੇਂਗਾ ਤਾਂ ਇੱਥੋਂ ਪਹਿਲਾਂ ਉਹਦੀ ਆਪਣੇ ਆਪ ਵੱਧ ਜਾਣੀ। ਛੂ ਲੇਗਾ ਪਰਛਾਵੇਂ ਨੂੰ। ਜਿੰਨਾ ਤੂੰ ਤੇਜ਼ ਹੋਏਗਾ ਉਹਨੇ ਆਪਣੇ ਆਪ ਤੇਜ਼ ਹੋ ਜਾਣਾ। ਪਰ ਇੱਕੋ ਇੱਕ ਤਰੀਕਾ ਹੈ, ਉਹਦੇ ਵੱਲ ਪਿੱਠ ਕਰਕੇ ਤੁਰ ਪਏ, ਤੇਰੇ ਪਿੱਛੇ ਪਿੱਛੇ ਆਉਣ ਲੱਗ ਜੂਗਾ। ਅੱਜ ਕਹੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦੇ ਹਿਰਦੇ ਮਹਾਂਪੁਰਸ਼ ਹੋਏ ਨੇ ਕਰਨੀ ਵਾਲੇ, ਮਾਇਆ ਦੀ ਖਿੱਚ, ਸਰੀਰ ਮਾਇਆ, ਸੰਸਾਰ ਮਾਇਆ, ਜਿਉਂ-ਜਿਉਂ ਸ਼ਬਦ ਵਸਦਾ ਜਾਵੇਗਾ ਇਹਦੀ ਖਿੱਚ ਦੂਰ ਹੁੰਦੀ ਜਾਵੇਗੀ। ਤੇ ਜਪਜੀ ਸਾਹਿਬ ਨੇ ਕਿੱਥੇ ਪਹੁੰਚਾ ਦਿੱਤਾ ਉਹਨਾਂ ਗੁਰਮੁਖਾਂ ਨੂੰ, ਜਿਨ੍ਹਾਂ ਦੀ ਸਰੀਰ ਦੀ ਖਿੱਚ, ਪਦਾਰਥ ਦੀ ਖਿੱਚ ਦੂਰ ਹੋ ਗਈ। ਉਹ ਸੱਚਖੰਡ ਵਸੈ ਨਿਰੰਕਾਰ, ਨਿਰਆਕਾਰ, ਜਿਉਂਦੇ ਹੀ ਸਰੀਰ ਤੋਂ ਪਰੇ। ਤੇ ਜਿਹੜਾ ਜਿਉਂਦਾ ਸਰੀਰ ਤੋਂ ਪਰੇ ਹੋ ਗਿਆ ਨਾ, ਉਹਨੂੰ ਗਾਹਾਂ ਜਾ ਕੇ ਸੱਚਖੰਡ ਦੀ ਲੋੜ ਨਹੀਂ, ਉਹਨੂੰ ਸੰਸਾਰੇ ਸੱਚਖੰਡ ਹੈ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨੂੰ ਇਹ ਧਰਤੀ ਉਹ ਸੱਚਖੰਡ ਬਣ ਜਾਣੀ ਹੈ, ਸਰੀਰ ਤੋਂ ਹੀ ਪਰੇ ਹੈ। ਤੇ ਸਖਾਲਾ ਤਰੀਕਾ ਸੁਖਮਨੀ ਸਾਹਿਬ ਵਿੱਚ ਦੱਸਿਆ ਤੁਹਾਨੂੰ ਕਿ ਸਰੀਰ ਤੋਂ ਪਰੇ ਕਿਵੇਂ ਹੋਣਾ, ਜਿਉਂਦੇ ਨੇ ਮੁਕਤ ਕਿਵੇਂ ਹੋਣਾ। ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਆਪਣੇ ਗੁਰੂ ਦਾ ਹੁਕਮ, ਉਹਦੇ ਬਚਨ ਮਨ ਵਿੱਚ ਵਸਾ ਲੈ। ਮਨ ਕਰਕੇ ਪਿਆਰ ਕਰ, ਹਿਤ ਆਵੇ। ਆਤਮ ਇੱਥੇ ਮਮਾ ਮੁਕਤ ਹੈ। ਜਿੱਥੇ ਆਤਮ ਮਮਾ ਮੁਕਤਾ ਆ ਜਾਵੇ ਬਾਣੀ ਵਿੱਚ, ਉੱਥੇ ਆਤਮ ਦੇ ਅਰਥ ਮਨ ਹੈ, ਆਤਮਾ ਨਹੀਂ। ਆਤਮ ਜਿਣੇ ਸਗਲ ਵਸਤਾਂ ਕੇ, ਇੱਥੇ ਵੀ ਆਤਮ ਮਮਾ ਮੁਕਤ ਹੈ। ਪ੍ਰਭ ਕੀ ਆਗਿਆ ਆਤਮ, ਇੱਥੇ ਵੀ ਮਮਾ ਮੁਕਤ ਹੈ ਬਾਣੀ ਦੇ ਵਿੱਚ। ਜੋ ਮਨ ਕਰਕੇ ਗੁਰੂ ਦੇ ਬਚਨਾਂ ਨੂੰ ਪਿਆਰ ਕਰੂਗਾ, ਗੁਰੂ ਅਰਜਨ ਗਰੰਟੀ ਦਿੰਦੇ ਨੇ, ਉਹ ਜਿਉਂਦਾ ਹੀ ਮੁਕਤ ਹੋ ਜਾਊਗਾ। ਜੀਵਨ ਮੁਕਤ ਸੋ ਕਹਾਵੇ। ਆਓ ਆਪਣੇ ਸਬਜੈਕਟ ਤੇ ਕਿਸੇ ਦੇ ਨੂੰ ਸਾਡੇ ਸਤਿਗੁਰਾਂ ਨੇ ਗੱਦੀ ਨਹੀਂ ਦਿੱਤੀ। ਉਸ ਸਿੱਖ ਨੂੰ ਗੁਰੂ ਨੇ ਇਸ ਅਵਸਥਾ ਵਿੱਚ ਪਹੁੰਚਾ ਦਿੱਤਾ, ਉਹ ਜਿਉਂਦਾ ਹੀ ਨਿਰਗੁਣ ਕਰ ਦਿੱਤਾ, ਜਿਉਂਦਾ ਹੀ ਸਰੀਰ ਤੋਂ ਪਰੇ ਕਰ ਦਿੱਤਾ, ਸ਼ਬਦ ਕਰ ਦਿੱਤਾ। ਸ਼ਬਦ ਨੂੰ ਇਹ ਗੱਦੀ ਦਿੱਤੀ ਗਈ ਹੈ 10ਵੇਂ ਪਾਤਸ਼ਾਹ ਤੱਕ। ਤੇ ਇੱਕ ਮੋਟੀ ਜੀ ਗੱਲ ਸੁਣਿਓ, ਜਦੋਂ ਗੁਰੂ ਨਾਨਕ ਨੇ ਕਹਿਤਾ ਸ਼ਬਦ ਗੁਰੂ, ਤੇ ਫਿਰ ਗੁਰੂ ਹੋਰ ਨੂੰ ਕਿਵੇਂ ਮੰਨਿਆ ਜਾਂਦਾ ਹੈਗਾ। ਅੱਜ ਕਹੇ ਆਖੋ ਸਤਿਨਾਮ। ਗੁਰੂ ਦੀ ਤਾਂ ਪਦਵੀ ਇਤਨੀ ਵੱਡੀ ਹੈ। ਭਗਤ ਭੀਖਾ ਜੀ ਗੁਰਮੁਖ ਪਿਆਰੇ ਤੁਰੇ ਜਾਂਦੇ ਸੀ, ਪਰਮਾਤਮਾ ਤੇ ਗੁਰੂ ਦੋਵੇਂ ਇਕੱਠੇ ਮਿਲ ਗਏ, ਇਕੱਠੇ। ਤੇ ਭੀਖਾ ਜੀ ਕਹਿੰਦੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਹੁਣ ਦੋਵੇਂ ਇਕੱਠੇ ਖੜੇ ਨੇ, ਪਹਿਲਾਂ ਮੱਥਾ ਕਿਹਨੂੰ ਟੇਕਾਂ, ਨਮਸਕਾਰ ਕਿਹਨੂੰ ਕਰਾਂ। ਤੁਹਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਹੈ, ਕੁੜੀਆਂ ਮੁੰਡਿਆਂ ਦੇ ਵਿਆਹ ਕਰਦੇ ਹੀ ਤੁਸੀਂ, ਉੱਥੇ ਵੀ ਸੋਚਣਾ ਪੈਂਦਾ ਪਹਿਲਾਂ ਵਡਿਆਈ ਕਿਹਦੀ ਕਰਨੀ ਹੈ। ਅੱਜ ਕਹੇ ਆਖੋ ਸਤਿਨਾਮ।
ਜੇ ਥੋੜੀ ਜੀ ਗੜਬੜ ਹੋ ਜਾਵੇ ਨਾ, ਅਗਲਾ ਚਾਹ ਪੀਣ ਤੇ ਬਿਨਾਂ ਹੀ ਛੱਡ ਕੇ ਜਨ ਨਿਕਲ ਜਾਂਦਾ, ਮੈਨੂੰ ਦੂਏ ਨੰਬਰ ਤੇ ਰੱਖਤਾ। ਉਹ ਭਗਤ ਕਹਿੰਦਾ ਮੈਂ ਵੀ ਸੋਚ ਵਿੱਚ ਪੈ ਗਿਆ ਵੀ ਪ੍ਰਮਾਤਮਾ ਖੜਾ ਹੈ, ਭਗਵਾਨ ਤੇ ਗੁਰੂ ਖੜਾ ਹੈ, ਪਹਿਲਾ ਮੱਥਾ ਕਿਹਨੂੰ ਟੇਕ। ਗੁਰ ਗੋਬਿੰਦ ਦੋਨੋਂ ਮਿਲੇ, ਕਿਸ ਕੇ ਲਾਗੋਂ ਪਾਏ। ਦੋਨੇ ਇਕੱਠੇ ਮਿਲ ਗਏ, ਕਿਹਨੂੰ ਮੱਥਾ ਟੇਕਾਂ। ਗੁਰ ਗੋਬਿੰਦ ਦੋਨੋਂ ਮਿਲੇ, ਕਿਸ ਕੇ ਲਾਗੋਂ ਪਾਏ। ਕਹਿੰਦਾ ਪਾਏ ਪਰੋਂ ਮੈਂ ਗੁਰੂ ਕੇ, ਜਿਨ ਗੋਬਿੰਦ ਦਿਆ ਮਿਲਾਏ ਅਜ ਕੇ ਆਖੋ ਸਤਨਾਮ। ਕਹਿੰਦਾ ਗੁਰੂ ਨੂੰ ਇਹ ਪਹਿਲਾਂ ਮੱਥਾ ਟੇਕੂੰਗਾ, ਕਿਉਂਕਿ ਗੁਰੂ ਦੀ ਉਹ ਕਿਰਪਾ ਹੋਈ ਹੈ ਜਿਹਨੇ ਗੋਬਿੰਦ ਨੂੰ ਮਿਲਾਇਆ ਹੈ। ਜੇ ਇਹ ਨਾਮ ਮਿਲਦਾ ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਮੰਨ ਗਏ ਗੁਰੂ ਤੇ ਪ੍ਰਮਾਤਮਾ, ਗੁਰ ਪਰਮੇਸ਼ਰ ਏਕੋ ਜਾਣ, ਦੋ ਨਹੀਂ ਮੰਨਣੇ। ਤੇ ਗੁਰਸਿੱਖ ਪਿਆਰਿਓ, ਗੁਰੂ ਦੀ ਹੋ ਜਾਵੇ ਕਿਰਪਾ, ਜਿਉਂਦੇ ਸਰੀਰ ਤੋਂ ਬੰਦੇ ਨੂੰ ਪਰੇ ਕਰ ਦੇਵੇ ਕਿਤੇ, ਉਹ ਜੀਵਨ ਮੁਕਤ। ਸਾਡੇ ਸਤਿਗੁਰਾਂ ਨੇ ਇਹੀ ਵਿਧੀ ਵਰਤੀ। ਇੱਥੇ ਤੱਕ ਸਿੱਖਾਂ ਨੂੰ ਫਿਰ ਪਹੁੰਚਾ ਦਿੱਤਾ ਕਿ ਆਓ ਜੀ ਨੇ ਅੰਮ੍ਰਿਤ ਛਕਣੇ ਸਿਰ ਦੋ। ਭਾਵ ਕੀ ਸੀ? ਪਰਖ ਸੀ ਕਿ ਹੁਣ ਜਿਉਂਦੇ ਸਰੀਰ ਤੋਂ ਪਰੇ ਹੋ ਗਏ ਨੇ ਕਿ ਨਹੀਂ। ਅਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਖ ਤਾਂ ਇੱਕੋ ਸੀ ਜੋ ਲਹਿਣਾ ਜੀ ਦੀ ਹੋਈ, ਗੁਰੂ ਅਮਰਦਾਸ ਜੀ ਦੀ ਹੋਈ। ਜਦੋਂ ਗੰਦੇ ਟੋਭੇ ਵਿੱਚ ਸਿੱਟ ਕੇ ਕਮੰਡਲ ਮਹਾਰਾਜ ਨੇ ਹੁਕਮ ਕੀਤਾ, ਆਪਣੇ ਪੁੱਤਾਂ ਨੂੰ ਕੀਤਾ ਕਮੰਡਲ ਕੱਢ ਕੇ ਲਿਆਓ, ਮੈਨੂੰ ਲੋੜ ਹੈ। ਪੁੱਤਾਂ ਨੇ ਤਾਂ ਸਿੱਧੀ ਪੰਜਾਬੀ ਵਰਤੀ ਕਿ ਬਾਪੂ ਜੀ ਜੇ ਕੁਦਰਤੀ ਗਿਰ ਜਾਂਦਾ ਸੀ ਕੱਢ ਵੀ ਲਿਆਉਂਦੇ, ਤੁਸੀਂ ਜਾਣ ਕੇ ਤਾਂ ਸਿੱਟਿਆ। 2 ਆਨੇ ਦਾ ਕਮੰਡਲ ਨਹੀਂ, 5-6 ਆਨੇ ਦੇ ਕੱਪੜਿਆਂ ਨੂੰ ਸਾਬਣ ਲੱਗ ਜਾਣੇ, ਹੋਰ ਲੈ ਦਿੰਦੇ ਤੁਹਾਨੂੰ। ਅਕਲ ਦੇਣ ਲੱਗ ਪਏ ਗੰਦੇ ਟੋਭੇ ਵਿੱਚ। ਤੇ ਜਦੋਂ ਬਾਬਾ ਲਹਿਣਾ ਜੀ ਨੂੰ ਹੁਕਮ ਕੀਤਾ, ਸਣੇ ਕੱਪੜੇ ਛਾਲ ਮਾਰੀ। ਹੁਣ ਤੁਸੀਂ ਖੁਦ ਸੋਚ ਲਓ ਕੀ ਲਹਿਣਾ ਸਰੀਰ ਨਾਲ ਜੁੜਿਆ ਹੋਇਆ ਸੀ ਉਦੋਂ। ਜੇ ਸਰੀਰ ਨਾਲ ਜੁੜਿਆ ਹੁੰਦਾ ਤੇ ਗੰਦੇ ਟੋਭੇ ਵਿੱਚ ਕਾਹਨੂੰ ਗਿਰਦਾ। ਸਰੀਰ ਤੋਂ ਪਰੇ ਹੋ ਚੁੱਕਿਆ ਸੀ, ਉਹ ਤੇ ਹੁਕਮ ਨਾਲ ਜੁੜ ਚੁੱਕਿਆ ਸੀ, ਸ਼ਬਦ ਨਾਲ ਜੁੜ ਚੁੱਕਿਆ ਸੀ। ਮੀਂਹ ਪੈਂਦਾ ਸੀ, ਸੰਗਤ ਬਹੁਤ ਆਈ ਕਰਤਾਰਪੁਰ, ਤੇ ਸਤਿਗੁਰ ਕਹਿੰਦੇ ਭਾਈ ਲੰਗਰੀਓ ਅੱਜ ਲੰਗਰ ਨਹੀਂ ਪਕਾਉਣਾ, ਮੀਂਹ ਪੈਂਦਾ ਪੈ ਜਾਣ ਦੋ ਸੰਗਤ ਨੂੰ। ਏਦਾਂ ਕਿਹੜਾ ਮਕਾਨ ਬਣੇ ਹੋਏ ਸੀ ਉੱਥੇ, ਭੁੱਖੀ ਸੰਗਤ। ਪੁੱਛਣ ਗਏ ਜੀ ਸਵੇਰੇ ਹੁਣ ਪਕਾ ਲਈਏ, ਸਤਿਗੁਰ ਕਹਿੰਦੇ ਅੱਜ ਵੀ ਨਹੀਂ ਪਕਾਉਣਾ। ਬਾਬਾ ਸ਼੍ਰੀ ਚੰਦ ਮਹਾਰਾਜ ਗਏ, ਬਾਪੂ ਜੀ ਗੱਲ ਕੀ ਹੈ? ਸੰਗਤ ਤੁਹਾਨੂੰ ਮਿਲਣ ਆਉਂਦੀ ਹੈ, ਤੁਸੀਂ ਭੁੱਖ ਹੜਤਾਲ ਕਰਾਤੀ, ਲੰਗਰ ਨਹੀਂ। ਕਹਿੰਦੇ ਪੁੱਤਰਾ ਦਾਲ ਰੋਟੀਆਂ ਤਾਂ ਨਿੱਤੇ ਖਾਂਦੀ ਹੈ ਸੰਗਤ, ਅੱਜ ਇਹਨਾਂ ਨੂੰ ਮਠਿਆਈ ਛਕਾਉਣੀ ਹੈ। ਬਾਬਾ ਸ਼੍ਰੀ ਚੰਦ ਮਹਾਰਾਜ ਕਹਿੰਦੇ ਬਾਪੂ ਜੀ ਕੋਈ ਇੰਤਜ਼ਾਮ ਤਾਂ ਲੱਗਦਾ ਨਹੀਂ ਮਠਿਆਈ ਦਾ, ਕੋਈ ਗੱਡੇ ਗੁੱਡੇ ਭੇਜੇ ਆ ਲਾਹੌਰ ਨੂੰ ਮਠਿਆਈ ਲੈਣ? ਇੰਨੀ ਸੰਗਤ ਭੁੱਖੀ ਹੈ ਰਾਤ ਦੀ। ਸਤਿਗੁਰ ਕਹਿੰਦੇ ਜੇ ਜਾ ਦਾਦੇ ਫਿਕਰ ਹੈ, ਫਿਰ ਕਿੱਕਰ ਤੇ ਚੜ੍ਹ ਕੇ ਹਲੂਣਾ ਦੇ, ਮਠਿਆਈ ਡਿੱਗ ਪਊਗੀ, ਛਕ ਲਓ। ਬਾਬਾ ਸ਼੍ਰੀ ਚੰਦ ਮਹਾਰਾਜ ਕਹਿਣ ਲੱਗੇ ਬਾਪੂ ਜੀ ਜੇ ਕਿੱਕਰਾਂ ਨੂੰ ਮਠਿਆਈ ਲੱਗਣ ਲੱਗ ਜਾਵੇ ਨਾ, ਲਾਹੌਰ ਦੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋ ਜਾਣ। ਅਜ ਕੇ ਆਖੋ ਸਤਨਾਮ। ਫਿਰ ਇਹ ਕਾਹਨੂੰ ਵਿਚਾਰੇ ਕੜਾਹੀਆਂ 'ਚ ਖੋਏ ਮਾਰਦੇ ਫਿਰ ਜਲੇਬੀਆਂ ਬਣਾਉਂਦੇ, ਕਦੇ ਕਿੱਕਰਾਂ ਨੂੰ ਮਠਿਆਈਆਂ ਲੱਗੀਆਂ? ਕਹਿ ਦੋ ਰੋਟੀ ਪਕਾ ਦਈਏ, ਖਿਲਾ ਦਈਏ ਇਹਨਾਂ ਨੂੰ। ਸਤਿਗੁਰ ਕਹਿੰਦੇ ਨਹੀਂ ਮਠਿਆਈ ਖਿਲਾਉਣੀ। ਬਾਬਾ ਲਹਿਣਾ ਜੀ ਨੂੰ ਕਹਿੰਦੇ ਤੂੰ ਦੇ ਹਲੂਣਾ। ਪ੍ਰਭ ਕੀ ਆਗਿਆ ਆਤਮ ਹਿਤਾਬ ਹੈ। ਜੋੜਾ ਖੋਲਿਆ ਬਾਬਾ ਲਹਿਣਾ ਜੀ ਜਦੋਂ ਚੜ੍ਹਨ ਲੱਗੇ ਨਾ, ਬਾਬਾ ਸ਼੍ਰੀ ਚੰਦ ਕਹਿੰਦੇ ਮਹਾਂਪੁਰਖੋ ਬਾਬਾ ਜੀ ਕਦੇ ਕਿੱਕਰਾਂ ਨੂੰ ਮਠਿਆਈਆਂ ਲੱਗੀਆਂ ਨੇ? ਉੱਪਰ ਚੜ੍ਹ ਕੇ ਲੂਣਾ ਦੇਣ ਡੇ, ਤੁੱਕੇ ਡਿੱਗਣਗੇ ਹੇਠ। ਬਾਬਾ ਲਹਿਣਾ ਸਾਹਿਬ ਕਹਿੰਦੇ ਮਹਾਂਪੁਰਸ਼ੋ ਕਿੱਕਰਾਂ ਨੂੰ ਕਦੇ ਮਠਿਆਈ ਨਹੀਂ ਲੱਗੀ, ਤੁਸੀਂ ਸੱਚ ਕਹਿੰਦੇ। ਤੁਹਾਡਾ ਕਹਿਣਾ ਬਿਲਕੁਲ ਠੀਕ ਹੈ,
ਕਿੱਕਰ ਨੂੰ ਮਠਿਆਈ ਨਹੀਂ ਲੱਗੀ। ਬਾਬਾ ਸ੍ਰੀ ਚੰਦ ਮਹਾਰਾਜ ਕਹਿੰਦੇ ਨਾਲੇ ਮੰਨਦੇ ਵੀ ਨਹੀਂ ਲੱਗੀ, ਨਾਲੇ ਉੱਪਰ ਚੜ ਕੇ ਲੂਣਾ ਦੇਣ ਦੇ। ਫਿਰ ਉੱਪਰ ਨੂੰ ਕੀ ਚੜਨ ਲੱਗੇ ਆ? ਜਾਂ ਤਾਂ ਕਹੋ ਲੱਗਦੀ ਹੈ ਤੇ ਫੇਰ ਤੇ ਜਾ ਦੇ ਦੇ ਲੂਣਾ। ਤੁਸੀਂ ਮੰਨਦੇ ਹੋ ਵੀ ਕਿੱਕਰ ਨੂੰ ਮਠਿਆਈ ਨਹੀਂ ਲੱਗਦੀ, ਫਿਰ ਉੱਪਰ ਕਿਉਂ ਚੜਨ ਲੱਗੇ? ਬਾਬਾ ਲਹਿਣਾ ਸਾਹਿਬ ਕਹਿੰਦੇ ਮਹਾਂਪੁਰਸ਼ੋ, ਮੇਰਾ ਮਠਿਆਈ ਨਾਲ ਤਾਂ ਮਤਲਬ ਹੀ ਨਹੀਂ ਹੈ। ਡਿੱਗੇ ਨਾ ਡਿੱਗੇ, ਮੈਂ ਤਾਂ ਗੁਰੂ ਦਾ ਹੁਕਮ ਮੰਨਣਾ ਹੈ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਡਿੱਗੇ ਨਾ ਡਿੱਗੇ, ਇਹ ਤਾਂ ਉਹਨੂੰ ਫਿਕਰ ਹੋਊ ਨਾ ਜਿਹੜਾ ਕਹਿੰਦਾ ਡਿੱਗੂਗੀ। ਮੇਰਾ ਤਾਂ ਮਠਿਆਈ ਨਾਲ ਮਤਲਬ ਕੋਈ ਨਹੀਂ, ਮੈਨੂੰ ਤਾਂ ਹੁਕਮ ਹੈ ਹਲੂਣਾ ਦੇ। ਤੇ ਮਠਿਆਈ ਗਿਰਨ ਨੂੰ ਤਾਂ ਤੁਹਾਡਾ ਬਾਪੂ ਕਹਿੰਦਾ, ਜੇ ਨਾ ਗਿਰੀ ਉਹਨੂੰ ਫਿਕਰ ਹੋਊਗਾ। ਅੱਜ ਕੇ ਆਖੋ ਸਤਨਾਮ। ਮੈਨੂੰ ਤਾਂ ਪ੍ਰਭ ਕੀ ਆਗਿਆ ਆਤਮ ਹਿਤਾਵੇ। ਜੇ ਆਪਣੇ ਚੋਂ ਕੋਈ ਹਰਦੇਵ ਸਿੰਘ ਲੂਲੋਂ ਵਾਲਾ ਹੁੰਦਾ, ਉਹਨੇ ਬਾਪੂ ਨੂੰ ਸਿੱਧਾ ਕਹਿ ਦੇਣਾ ਤਾਂ 17 ਦਾ ਹੋ ਗਿਆ, ਮਤਹੀਣੀ ਹੋ ਗਈ ਹੈ। ਅੱਜ ਕੇ ਆਖੋ ਸਤਨਾਮ। ਕਹਿਣਾ ਹੀ ਹੈ ਤੁਹਾਨੂੰ ਵੀ, ਮੈਨੂੰ ਵੀ। ਹੁਣ ਪੋਤੇ ਪੁੱਤ ਕਹਿੰਦੇ ਨਹੀਂ, ਬੁੜਾ 70 ਸਾਲ ਦਾ ਹੋ ਗਿਆ, ਦੀ ਅਕਲ ਟਿਕਾਣੀ ਨਹੀਂ ਰਹੀ। ਸੱਚ ਬੋਲਦੇ ਨੇ, ਬਿਲਕੁਲ ਸੱਚ ਕਹਿੰਦੇ। ਕਿਉਂ? ਜੇ ਆਪਣੀ ਅਕਲ ਟਿਕਾਣੇ ਹੁੰਦੀ, ਜ਼ਮੀਨ ਉਹਨੂੰ ਕਾਹਨੂੰ ਦਿੰਦੇ? ਅੱਜ ਕੇ ਆਖੋ ਸਤਨਾਮ। ਗੱਲ ਬਿਲਕੁਲ ਸੱਚੀ ਹੈ ਨਿਆਣਿਆਂ ਦੀ, ਬਿਲਕੁਲ ਸੱਚੀ ਹੈ। ਪਰ ਬਾਬਾ ਲਹਿਣਾ ਸਾਹਿਬ ਕਹਿੰਦੇ ਮੈਨੂੰ ਕੋਈ ਮਤਲਬ ਨਹੀਂ ਮਠਿਆਈ ਦੇ ਨਾਲ, ਡਿੱਗੇ ਨਾ ਡਿੱਗੇ ਇਹ ਉਹਦੀ ਮਰਜ਼ੀ, ਮੈਂ ਤਾਂ ਹੁਕਮ ਮੰਨਣਾ। ਹੁਣ ਤੁਸੀਂ ਸੋਚੋ, ਕੀ ਲੈਣਾ ਸਰੀਰ ਸੀ ਉਦੋਂ, ਕੀ ਲੈਣਾ ਦੇਹੀ ਸੀ? ਉਹ ਤਾਂ ਗੁਰੂ ਦੇ ਸ਼ਬਦ ਵਿੱਚ ਸਮਾ ਚੁੱਕਿਆ ਸੀ, ਉਹ ਤਾਂ ਸ਼ਬਦ ਸਰੂਪ ਬਣ ਗਿਆ ਸੀ। ਪਹਿਲੀ ਬੇਨਤੀ ਤੁਹਾਨੂੰ ਇਹ 20 ਮਿੰਟ ਮੈਂ ਤਾਂ ਲਾਏ ਨੇ ਕਿ ਕਦੇ ਨਾ ਸਮਝਿਓ ਕਿਸੇ ਦੇਹ ਨੂੰ, ਸਰੀਰ ਨੂੰ, ਚੇਲੇ ਨੂੰ ਗੱਦੀ ਦਿੱਤੀ। ਤੇ ਦਿੱਤੀ ਕਿਵੇਂ, ਇਹ ਸੁਣੋ ਹੁਣ ਬਾਣੀ ਦੇ ਵਿੱਚੋਂ। ਇੱਥੇ ਤਾਂ ਗੱਦੀਆਂ ਚੱਲਦੀਆਂ ਹੀ, ਦੇਖ ਲਓ ਗਾਂ ਤੇ ਗਾਂ ਚੇਲੇ ਬੈਠੀ ਜਾਂਦੇ। ਜਾਂ 4 ਭਾਈ ਜੀ ਦੇ ਇਕੱਠੇ ਹੋ ਗਏ ਉਹਨੂੰ ਬਿਠਾਲਤਾ? ਨਹੀਂ ਨਹੀਂ। ਰਾਮਕਲੀ ਦੀ ਵਾਰ ਵਿੱਚ ਇੱਕ ਤੋਕ ਆਉਂਦੀ ਹੈ, ਗੁਰ ਗੱਦੀ, ਜਿਹੜਾ ਆਪਾਂ ਗੁਰਪੁਰਬ ਮਨਾ ਰਹੇ। ਸਤਿਗੁਰ ਨਾਨਕ ਨੇ ਗੱਦੀ ਬਖਸ਼ੀ ਕਿਵੇਂ? ਰਾਏ ਬਲਵੰਡ ਸੱਤਾ ਜੀ ਬਚਨ ਕਰਦੇ ਨੇ, ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮਿੱਕੇ ਓਨ। ਹੁਣ ਇੱਥੋਂ ਤੁਹਾਨੂੰ ਬਿਲਕੁਲ ਸਪਸ਼ਟੀਕਰਨ ਮਿਲ ਜੂਗਾ ਕਿ ਸਰੀਰ ਨੂੰ ਗੱਦੀ ਨਹੀਂ ਦਿੱਤੀ, ਦੇਹ ਨੂੰ ਗੱਦੀ ਨਹੀਂ ਦਿੱਤੀ। ਰਾਏ ਜੀ ਕਹਿੰਦੇ ਨੇ ਜੋਤ ਸਮਾਣੀ ਜੋਤ ਮਾਹੇ। ਦੇਖੋ ਪੜ੍ਹੀ ਸੁਣੀ ਆਪਾਂ ਤੁਕ ਬਹੁਤ ਵਾਰ ਇਹ, ਥੋੜਾ ਜਿਹਾ ਖਿਆਲ ਦੇਣ ਦੀ ਲੋੜ ਹੈ, ਧਿਆਨ ਦੇਣ ਦੀ ਲੋੜ। ਗੁਰਬਾਣੀ ਕਹਿ ਰਹੀ ਹੈ ਗੁਰੂ ਨਾਨਕ ਨੇ ਆਪਣੀ ਜੋਤ ਲੈਣੇ ਨੂੰ ਨਹੀਂ ਦਿੱਤੀ। ਮੈਂ ਫੇਰ ਬੋਲਾਂ, ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਬਾਬੇ ਨਾਨਕ ਨੇ ਜੋਤ ਲੈਣੇ ਨੂੰ ਨਹੀਂ ਦਿੱਤੀ। ਫੇਰ ਦਿੱਤੀ ਕਿਹਨੂੰ ਜੋਤ? ਜੋਤ ਸਮਾਣੀ ਜੋਤ ਮਾਹੇ। ਲੈਣਾ ਤਾਂ ਸਰੀਰ ਸੀ। ਗੁਰੂ ਨਾਨਕ ਦੀ ਜੋਤ ਬਾਬੇ ਲਹਿਣੇ ਦੀ ਜੋਤ ਵਿੱਚ ਸਮਾ ਗਈ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੁਹਾਨੂੰ ਹੁਣੀ ਮੰਨਣਾ ਪਊਗਾ। ਅੱਖ ਦੀ ਜਗ੍ਹਾ ਅੱਖ ਪੈ ਸਕਦੀ ਹੈ, ਅੱਖ ਦੀ ਜਗ੍ਹਾ ਕੰਨ ਕੰਮ ਨਹੀਂ ਕਰੂਗਾ। ਦਿਲ ਦੀ ਜਗ੍ਹਾ ਦਿਲ ਰੀਪਲਾਂਟ ਹੋ ਸਕਦਾ ਹੈ, ਡਾਕਟਰ ਕਰਨ ਲੱਗ ਪਏ। ਹਾਰਟ ਦੀ ਜਗ੍ਹਾ ਨਵਾਂ ਹਾਰਟ ਪੈਣ ਲੱਗ ਪਿਆ, ਪਰ ਦਿਲ ਦੀ ਜਗ੍ਹਾ ਗਾਲ ਬਲੈਡਰ ਤਾਂ ਨਹੀਂ ਪੈ ਸਕਦਾ। ਤੁਹਾਡੇ ਜੇ ਗੋਡਿਆਂ ਦੀ ਚੱਪਣੀ ਡਾਕਟਰ ਬਦਲਦੇ ਨੇ ਤਾਂ ਗੋਡੇ ਦੀ ਚੱਪਣੀ ਪਊਗੀ, ਕੂਣੀ ਤਾਂ ਨਹੀਂ ਉੱਥੇ ਪੈ ਸਕਦੀ। ਜੇ ਕਿਡਨੀ ਬਦਲਣੀ ਹੈ ਤੁਹਾਡਾ ਗੁਰਦਾ, ਤਾਂ ਕਿਸੇ ਦੀ ਕਿਡਨੀਓ ਲੈ ਕੇ ਪਾਉਣਗੇ ਨਾ। ਕਿਡਨੀ ਦੀ ਜਗ੍ਹਾ ਕਿਡਨੀ ਪੈ ਸਕਦੀ ਹੈ। ਇਹ ਮੋਟੇ ਜਿਹੜੇ ਸਾਡੇ ਅੰਗ ਨੇ, ਇਹ ਇੱਕ ਦੂਜੇ ਦੀ ਜਗ੍ਹਾ ਨਹੀਂ ਪੈ ਸਕਦੇ। ਜੋਤ ਵੀ ਕਿਸੇ ਦੂਜੇ ਵਿੱਚ ਨਹੀਂ ਪੈ ਸਕਦੀ। ਅੱਜ ਕੇ ਆਖੋ ਸਤਨਾਮ। ਉਹ ਜੋਤ ਵੀ ਜੋਤ ਵਿੱਚ ਸਮਾਊਗੀ।
ਤੁਸੀਂ 100 ਬਲਬ ਲਾਓ ਆਪਣੇ ਕਮਰੇ ਦੇ ਵਿੱਚ, ਮੋਟੀਆਂ ਦਲੀਲਾਂ ਜੇ ਸਮਝ ਆ ਜਾਣ, 100 ਬਲਬ ਲਾ ਲਓ। ਬਲਬ ਵਿੱਚ ਨਹੀਂ ਸਮਾ ਸਕਦਾ, ਉਹਦੀ ਰੋਸ਼ਨੀ ਵਿੱਚ ਸਮਾ ਜਾਊਗੀ। ਤੁਸੀਂ 100 ਬਲਬ ਲਾ ਲਓ, ਕੀ 2 ਬਲਬ ਇੱਕ ਦੂਜੇ ਵਿੱਚ ਸਮਾ ਜਾਣਗੇ? ਜੁਦੇ ਹੀ ਰਹਿਣਗੇ, ਕਿਉਂਕਿ ਉੱਪਰੋਂ ਦਿਖਣ ਵਾਲਾ ਬਲਬ ਬੌਡੀ ਹੈ, ਸਰੀਰ ਹੈ, ਉਹ ਸਰੀਰ ਵਿੱਚ ਨਹੀਂ ਸਮਾ ਸਕਦਾ। ਉਹਨਾਂ ਦੀ ਰੋਸ਼ਨੀ ਹੈ ਜਿਹੜੀ, ਉਹ ਜੋਤ ਹੈ। 1000 ਬਲਬ ਇਕੱਠਾ ਕਰ ਦੋ, ਰੋਸ਼ਨੀ ਇੱਕ ਹੋ ਜਾਊਗੀ, ਪਰ ਬਲਬ ਜੁਦੇ ਹੀ ਰਹਿਣਗੇ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋਤ ਸਮਾਣੀ ਜੋਤ ਮਾਹੇ, ਸਰੀਰ ਦੀ ਤਾਂ ਗੱਲ ਹੈ ਨਹੀਂ। ਬਾਣੀ ਮੰਨ ਰਹੀ ਹੈ ਕਿ ਬਾਬੇ ਨਾਨਕ ਜੀ ਨੇ ਆਪਣੀ ਜੋਤ ਬਾਬਾ ਲਹਿਣੇ ਦੀ ਜੋਤ ਵਿੱਚ ਸਮਾਈ। ਤੇ ਸਮਾਈ ਕਿਵੇਂ? ਤਰੀਕਾ ਵੇਖੋ ਕੀ ਹੈ। ਸ਼ਬਦ ਗੁਰੂ ਗੁਰਗੱਦੀ, ਜਿਹੜਾ ਗੁਰਪੁਰਬ ਮਨਾ ਰਹੇ ਹਾਂ ਆਪਾਂ, ਆਪ ਆਪੇ ਸੇਤੀ ਮਿੱਕੇ ਹੋਣ, ਬਹੁਤ ਪੁਰਾਣੀ ਪੰਜਾਬੀ ਹੈ। ਮਿੱਕਣਾ ਤੋਲਣਾ, ਮਾਪ ਕਰਨਾ। ਮਾਪ ਕਹਿ ਲੋ, ਮਿੱਕਣਾ ਕਹਿ ਲੋ, ਮਿਣਨਾ ਕਹਿ ਲੋ, ਤੋਲਣਾ ਕਹਿ ਲੋ। ਮਿੱਕਣ ਦਾ ਅਰਥ ਹੈ ਤੋਲਣਾ, ਮਿਣਨਾ। ਤੇ ਸਾਨੂੰ ਵੀ ਕਿਹਾ ਹੀਰਾ ਲਾਲ ਜਵਾਹਰ ਹੈ ਭਾਰੀ ਮਨੁੱਖ ਜਨਮ, ਬਿਨ ਗਾਹਕ ਮੀਕਾ ਕਾਖਾ। ਆਪਾਂ ਨੇ ਤਾਂ ਕੱਖਾਂ ਦੇ ਬਰਾਬਰ ਤੋਲਤਾ। ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਵੇਂ ਜੋਤ ਸਮਾਈ ਬਾਬੇ ਨਾਨਕ ਨੇ? ਜੋ ਗੁਰਗੱਦੀ ਦਾ ਦਿਨ ਚੱਲ ਰਿਹਾ ਹੈ, ਐਵੇਂ ਨਹੀਂ, ਕਿਵੇਂ ਸਮਾਈ? ਸਤਿਗੁਰੂ ਨਾਨਕ ਨੇ ਤਖੜੀ ਫੜੀ ਆਪਣੇ ਹੱਥ ਵਿੱਚ, ਕਿਸੇ ਨੂੰ ਨਹੀਂ ਦਿੱਤੀ ਤੋਲਣ। ਆਪ ਕਹੀਏ, ਆਪ ਤੋਲਣ ਵਾਲਾ, ਆਪ ਤਖੜੀ ਫੜੀ। ਆਪੇ ਆਪਣੀ ਜੋ ਜੋਤ ਸੀ, ਆਪਾ ਹੁੰਦਾ ਆਪਣੀ ਜੋਤ, ਆਪਾ ਭਾਵ ਸੇਤੀ, ਉਹਦੇ ਬਰਾਬਰ ਮਿੱਕਿਓਨ ਮਿਣੀ ਤੋਲੀ। ਇੱਕ ਪਾਲੜੇ ਵਿੱਚ ਆਪਣੀ ਜੋਤ ਪਾਈ, ਦੂਜੇ ਵਿੱਚ ਬਾਬਾ ਲਹਿਣਾ ਜੀ ਦੀ ਜੋਤ ਪਾਈ। ਤਖੜੀ ਆਪ ਫੜੀ ਬਾਬੇ ਨਾਨਕ ਨੇ, ਤੇ ਜਦੋਂ ਵੇਖਿਆ ਦੋਏ ਬਰਾਬਰ ਹੋ ਗਈਆਂ ਤੇ ਇੱਕ ਦੂਜੇ ਵਿੱਚ ਸਮਾ ਦਿੱਤੀ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਹੁਤ ਗੰਭੀਰ ਭੇਦ ਹੈ ਸ਼ਬਦ ਗੁਰੂ ਗੱਦੀ ਦਾ। ਆਪ ਆਪੇ ਸੇਤੀ, ਕਿਸੇ ਹੋਰ ਵਟੇ ਨਾਲ ਨਹੀਂ ਜੋਖਿਆ ਲੈਣੇ ਦੀ ਜੋਤ ਨੂੰ, ਆਪਣੀ ਜੋਤ ਦੇ ਬਰਾਬਰ ਜੋਖਿਆ। ਇਹ ਮੋਟੀ ਮਿਸਾਲ ਲੈ ਲਓ, ਲੰਗਰ ਚੱਲਦਾ ਹੈ, ਜਿਹੜਾ 2 ਕਿਲੋ ਦਾ ਭਾਂਡਾ ਹੈ, ਉਹਦੇ ਵਿੱਚ 5 ਕਿਲੋ ਦੁੱਧ ਨਹੀਂ ਪੈ ਸਕਦਾ। ਜਦੋਂ ਇਮਤਿਹਾਨ ਹੁੰਦੇ ਆ ਬੰਦ ਕਮਰੇ ਵਿੱਚ, ਇਨਡੋਰ ਹੁੰਦੇ ਆ ਨਾ, ਸਭ ਦੇ ਪਹਿਰੇ ਲੱਗੇ ਹੁੰਦੇ ਨੇ। ਇਹ ਐਗਜ਼ਾਮੀਨਰ ਜਾਊ ਜਾਂ ਸੁਪਰਵਾਈਜ਼ਰ ਜਾਊ, ਹੋਰ ਨਹੀਂ ਜਾ ਸਕਦਾ ਅੰਦਰ। ਮਾਂ ਬਾਪ ਵੀ ਨਹੀਂ ਜਾ ਸਕਦੇ, ਗੁਪਤ ਹੁੰਦੇ ਨੇ ਨਾ ਇਮਤਿਹਾਨ। ਆ ਜਿਹੜੇ ਗੁਰੂ ਘਰ ਦੇ ਇਮਤਿਹਾਨ ਹੋਏ, ਇਹ ਬਾਬੇ ਨਾਨਕ ਨੇ ਪ੍ਰਥਾ ਚਲਾ ਦਿੱਤੀ। ਇਹ ਅੰਦਰ ਨਹੀਂ, ਲੁਕਵੇਂ ਨਹੀਂ ਇਮਤਿਹਾਨ। ਸਿੱਖਾਂ ਪੁੱਤਰਾਂ ਘੋਖ ਕੇ, ਸਾਰੀ ਸੰਗਤ ਨੂੰ, ਪੁੱਤਰਾਂ ਨੂੰ, ਘਰਦਿਆਂ ਨੂੰ ਘੋਖ ਕੇ ਇਮਤਿਹਾਨ ਲੈ ਕੇ, ਪਰਖ ਕੇ। ਜਦੋਂ ਉਹਨਾਂ ਦੇ ਇਮਤਿਹਾਨ ਹੋਏ ਨਾ, ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਰਵਾਜ਼ੇ ਬੰਦ ਨਹੀਂ ਕੀਤੇ, ਕਿਸੇ ਨੂੰ ਆਉਣ ਤੋਂ ਰੋਕਿਆ ਨਹੀਂ, ਸਗੋਂ ਹੁਕਮ ਕਰ ਦਿੱਤਾ, ਸਭ ਉਮਤ ਵੇਖੋ, ਇਹ ਦੁਨੀਆ ਦੇ ਸਾਰੇ ਲੋਕੋ ਆਓ ਵੇਖੋ, ਇਮਤਿਹਾਨ ਹੁੰਦਾ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਉਮਤ ਵੇਖੋ ਜੇ ਕਿਉਂ। ਜਿਹੜਾ ਇਮਤਿਹਾਨ ਸਾਡੇ ਸਤਿਗੁਰਾਂ ਨੇ ਲਿਆ, ਲੁਕਮਾ ਨਹੀਂ, ਸਾਰੀ ਸੰਗਤ ਵੇਖੋ ਆ ਕੇ, ਸਾਰੀ ਦੁਨੀਆ ਦੇ ਸਾਹਮਣੇ। ਬਾਬੇ ਲਹਿਣੇ ਦੇ ਇਮਤਿਹਾਨ ਦੁਨੀਆ ਦੇ ਸਾਹਮਣੇ ਹੋਏ, ਪੁੱਤਰ ਵੀ ਵਿੱਚ ਸੀ। ਤੇ ਅਖੀਰੀ ਮੁਕਾਮਾਂ, ਅਖੀਰੀ ਇਮਤਿਹਾਨ ਗੁਰੂ ਗੋਬਿੰਦ ਸਿੰਘ ਜੀ ਨੇ ਲਿਆ, ਸੀਸ ਲੈਣ ਦਾ। ਉਹ ਵੀ 80,000 ਦੇ ਇਕੱਠ ਵਿੱਚ ਲਿਆ। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਵੀ ਗੁਪਤ ਨਹੀਂ ਲਿਆ। ਦੇਖੋ, ਜੋਤ ਗੱਦੀ ਦੇਣ ਦਾ ਮੈਂ ਤਰੀਕਾ ਬੋਲ ਰਿਹਾ ਤੁਹਾਡੇ ਸਾਹਮਣੇ।
ਕੋਈ ਗੁਪਤ ਕਾਰਵਾਈ ਨਹੀਂ ਕੀਤੀ, ਸਾਹਮਣੇ ਸਭ ਉਮਤ ਵੇਖੋ, ਸਾਰੀ ਦੁਨੀਆ ਵੇਖੋ ਇਮਤਿਹਾਨ ਹੁੰਦਾ। ਤੇ ਇਮਤਿਹਾਨ ਹੋਇਆ ਕਿਵੇਂ? ਸਾਡੇ ਪਹਿਲੇ ਗੁਰੂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਬਰਾਬਰ ਮਾਪਿਆ ਜਿਹਨੂੰ ਗੱਦੀ ਤੇ ਬਿਠਾ ਲਿਆ। ਆ ਰੌਲੇ ਕਾਤੇ, ਡਾਂਗ ਕਾਤੇ ਖੜਕਦੀ ਫਿਰਦੀ, ਆਪਾਂ ਹੋਰਾਂ ਦੀ ਤਾਂ ਨਾ ਕਹੀਏ, ਆਪਣੇ ਆਪਣੀ ਗੱਲ ਕਰ ਲਓ। ਅਸੀਂ ਜਦ ਕਿਸੇ ਨੂੰ ਪਦਵੀ ਦਿੰਦੇ ਹਾਂ ਨਾ, ਹੁਣ ਉਹਨੂੰ ਮਾਪਣਾ ਤਾਂ ਹੈ ਨਹੀਂ, ਤੋਲਣਾ ਤਾਂ ਹੈ ਨਹੀਂ, ਇਸਦੇ ਕਾਬਜ ਹੈਗਾ ਇਹ, ਕਾਬਲੀਅਤ ਤਾਂ ਦੇਖਣੀ ਨਹੀਂ, ਬਸ ਥੋੜ੍ਹੀ ਬਹੁਤੀ ਸ਼ਕਤੀ ਦੇ ਨਾਲ ਬਣਾਤਾ। ਤੇ ਤੁਹਾਡੇ ਸਾਹਮਣੇ ਹੀ ਗੱਲਾਂ ਹੋਣੀਆਂ। 3-4 ਮਹੀਨੇ ਤਾਂ ਜੀਪਾਂ ਪਰ ਝੰਡੇ ਗੱਡੀ ਫਿਰਨਗੇ, ਬੜਾ ਕੁਰਬਾਨੀ ਵਾਲਾ ਖਾਲਸਾ ਹੈ, ਬੜਾ ਬਲੀਦਾਨ, ਇਹਨੇ ਪੰਥ ਬਚਾ ਲਿਆ, ਇਹਦੀਆਂ ਕੁਰਬਾਨੀਆਂ ਉਹਦੇ ਹਾਰ ਪਾਉਂਦੇ ਫਿਰਨਗੇ ਪਿੰਡਾਂ 'ਚ। ਚੌਥੇ ਮਹੀਨੇ ਕਹਿਣਗੇ ਇਹੋ ਜਿਹਾ ਗਦਾਰੇ ਕੋਈ ਨਹੀਂ, ਅਜੇ ਕੋ ਸਤਨਾਮ। ਚੌਥੇ ਮਹੀਨੇ ਤਵਾ ਪੁੱਠਾ ਮਾਰ ਦਿੰਦੇ। ਇਹ ਕਿਉਂ ਹੋਈ ਗੱਲ? ਇਹ ਤਾਂ ਅਸਮਾਨ ਤੇ ਚੱਕ ਦੇਣਾ, ਇਹ ਕਹਿਣਗੇ ਹੁਣ ਤੈਨੂੰ ਧਰਤੀ ਤੇ ਵੀ ਟਿਕਣ ਨਹੀਂ ਦੇਣਾ। ਇਹ ਕਿਉਂ ਹੁੰਦੀ ਹੈ ਗੱਲ? ਜਦੋਂ ਪਦਵੀ ਦੰਨੇ ਉਦੋਂ ਸੋਚਿਆ ਸਮਝਿਆ ਨਹੀਂ ਗਿਆ। ਤਖਤ ਹੈ ਉੱਪਰ ਸੋਭ ਹੈ, ਜੋ ਤਖਤ ਹੈ ਲਾਇਕ ਹੋਈ। ਇਸ ਗੱਦੀ ਤਖਤ ਉੱਤੇ ਵੀ ਗੁਰੂ ਜੀ ਨੇ ਉਸੇ ਨੂੰ ਬਿਠਾ ਲਿਆ ਜਿਹਨੂੰ ਵੇਖ ਲਿਆ ਇਹ ਗੱਦੀ ਦੇ ਲਾਇਕ ਹੋ ਗਿਆ। ਆਪਾਂ ਨੂੰ ਪਤਾ ਨਹੀਂ ਕਦ ਮਾਤਾ ਆਊਗੀ, 1 ਵਾਰ 2 ਵਾਰ 4 ਵਾਰ ਨਹੀਂ, ਇਹ ਚੱਲੇ ਪਿਆ ਕੰਮ। ਤਖਤ ਉੱਪਰ ਸੋਭ ਹੈ। ਦੂਜੀ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕਰਾਂ ਅੱਜ ਦੇ ਦਿਨ, ਕਿ ਸ਼ਬਦ ਹੁੰਦਾ ਕੀ ਹੈ। ਮੈਂ ਬੇਨਤੀ ਉਹ ਇੱਥੋਂ ਸ਼ੁਰੂ ਕੀਤੀ ਹੈ, ਜਾਣਨ ਤੋਂ। ਸ਼ਬਦ ਹੁੰਦਾ ਕੀ ਹੈ? ਇੱਕ ਹੁੰਦੇ ਨੇ ਪ੍ਰੇਮੀਓ ਅੱਖਰ, ਅਕਸ਼ਰ, ਹਿੰਦੀ ਵਾਲੇ ਉਹਨੂੰ ਅਕਸ਼ਰ ਕਹਿੰਦੇ ਨੇ। ਊੜਾ ਆੜਾ ਅੱਖਰ ਹੈ, ABC ਅੱਖਰ ਹੈ। ਤੁਹਾਡੇ ਇੱਥੇ ਮੁਸਲਮਾਨ ਵੀ ਰਹਿੰਦੇ ਨੇ, ਅਲਫ ਬੇ ਪੇ ਟੇ ਸੇ ਤੇ, ਇਹ ਅੱਖਰ ਨੇ। ਸ਼ਬਦ ਕਦੋਂ ਬਣਦਾ? ਅੱਖਰਾਂ ਦਾ ਜੋੜ ਸ਼ਬਦ ਹੁੰਦਾ। ਜਦ ਤੱਕ ਅੱਖਰ ਜੋੜੇ ਨਾ ਜਾਣ ਉਹ ਸ਼ਬਦ ਨਹੀਂ ਹੋਏਗਾ, ਅੱਖਰ ਹੋਏਗਾ। ਜੇ ਤੁਸੀਂ ਊੜਾ ਵੀ ਕਹਿਣਾ ਤਾਂ 4 10 20 ਊੜੇ ਇਕੱਠੇ ਕਰ ਲਿਓ, ਊੜਾ ਨਹੀਂ ਬਣੇਗਾ। ਊੜੇ ਦੇ ਨਾਲ ਇੱਕ ਅੱਖਰ ਰਾੜਾ ਜੋੜ ਕੇ ਉਹਨੂੰ ਕੰਨਾ ਲਾਉਣਾ ਪਊ ਤਾਂ ਊੜਾ ਬਣੂਗਾ। ਕੱਕਾ ਵੀ ਕਹਿਣਾ, ਕੱਲੇ ਕੱਕੇ ਜਿੰਨੀ ਮਰਜ਼ੀ ਇਕੱਠੀ ਕਰ ਲਿਓ, 2 ਕੱਕੇ ਇੱਕ ਕੰਨਾ ਨਾਲ ਲਾਉਣਾ ਪਊ ਤਾਂ ਕੱਕਾ ਸ਼ਬਦ ਉਚਾਰੋਗੇ। ਅੱਖਰ ਕਿੰਨੇ ਇਕੱਠੇ ਕਰ ਲਿਓ, ਸ਼ਬਦ ਨਹੀਂ ਹੋ ਸਕਦਾ ਜਦ ਤੱਕ ਉਹ ਜੋੜੇ ਨਾ ਜਾਣ। ਇਸੇ ਨੂੰ ਬਾਣੀ ਨੇ ਕਹਿਤਾ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ। ਅੱਖਰੀ ਲਿਖਣ, ਲਿਖਣ ਖਾਤਰ ਅੱਖਰ ਵਰਤੇ ਜਾਣੇ ਹੈ, ਪਰ ਜੇ ਇਕੱਲੇ ਅੱਖਰੇ ਲਿਖੀ ਜਾਓ ਨਹੀਂ ਗੱਲ ਬਣਨੀ। ਅੱਖਰਾਂ ਨੂੰ ਜੋੜੇਗਾ ਤੇ ਸ਼ਬਦ ਬਣੇਗਾ, ਤਾਂ ਸ਼ਬਦ ਬਣੇਗਾ। ਤੁਹਾਡਾ ਜਿਹੜਾ ਨਾਂ ਹੈ ਅਖਰੀ ਨਾਮ, ਇਹ ਅੱਖਰਾਂ ਦਾ ਜੋੜੇ ਹੈ। ਇੱਕ ਹਾਹਾ ਹੈ, ਰਾਹ ਰਹਿ ਦੱਦੇ ਨੂੰ ਲਾਮ ਲਾਤੀ, ਵਾਹਵਾ ਲਾਇਆ ਤਾਂ ਹਰਦੇਵ ਬਣਿਆ। ਅਖਰੀ ਨਾਮ ਅਖਰੀ ਸਾਲਾਹ। ਜੇ ਕਿਸੇ ਦੀ ਸਿਫਤ ਸਲਾਹ ਕਰਨੀ ਹੈ ਤਾਂ ਵੀ ਅੱਖਰਾਂ ਦਾ ਜੋੜ ਹੈ। ਬਹੁਤ ਚੰਗਾ ਹੈ, ਬਹੁਤ ਉੱਚਾ ਹੈ, ਬੜਾ ਵਿਦਵਾਨ ਹੈ, ਅੱਖਰਾਂ ਦਾ ਜੋੜ। ਅੱਖਰਾਂ ਦਾ ਜੋੜ ਬਣਦਾ ਸ਼ਬਦ। ਤੇ ਜਿੰਨੇ ਗ੍ਰੰਥ ਲਿਖੇ ਗਏ ਨੇ ਅੱਖਰਾਂ ਦਾ ਜੋੜ। ਅੱਖਰੀ ਲਿਖਣ ਬੋਲਣ, ਜੋ ਬੋਲਦੇ ਹੋ ਅੱਖਰਾਂ ਦਾ ਜੋੜ ਹੈ। ਜਿੰਨੀ ਬਾਣੀ ਉਚਾਰੀ ਹੈ ਸਾਰੀ ਅੱਖਰਾਂ ਦਾ ਜੋੜ ਹੈ। ਅੱਖਰਾਂ ਦਾ ਜੋੜ ਬਣਦਾ ਸ਼ਬਦ। ਤੇ ਸ਼ਬਦ ਦਾ ਅਰਥ ਜਿਹੜਾ ਮੇਨ ਮਕਸਦ ਹੈ 300 ਸਾਲਾ ਗੁਰਗੱਦੀ ਦਾ, ਉਹ ਹੈ ਸ਼ਬਦ ਗੁਰੂ। ਸ਼ਬਦ ਨੂੰ ਗੱਦੀ ਦਿੱਤੀ ਗਈ। ਤੇ ਸ਼ਬਦ ਦੇ ਅਰਥ ਕੀ ਨੇ ਪ੍ਰੇਮੀਓ? ਸਾਰੀ ਦੁਨੀਆ ਵਿੱਚ
ਸਾਰੇ ਧਰਮਾਂ ਵਿੱਚ, ਸਾਰੇ ਗ੍ਰੰਥਾਂ ਵਿੱਚ ਸ਼ਬਦ ਦਾ ਇੱਕ ਅਰਥ ਹੈ, ਕੇਵਲ, ਕੇਵਲ ਇੱਕ। ਭਾਸ਼ਾਵਾਂ ਜੁਦੀਆਂ ਨੇ, ਬੋਲਣ ਦਾ ਢੰਗ ਜੁਦਾ ਹੈ, ਲਿਖਣ ਦਾ ਢੰਗ ਜੁਦਾ ਹੈ, ਅਰਥ ਕੇਵਲ ਇੱਕ ਹੈ। ਤੇ ਯਾਦ ਰੱਖਿਓ, ਸ਼ਬਦ ਦਾ ਅਰਥ ਹੈ ਆਵਾਜ਼। ਅਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦਾ ਕੋਈ ਅਰਥ ਨਹੀਂ। ਇਹਨੂੰ ਆਵਾਜ਼ ਕਹਿ ਲਓ, ਬੋਲ ਕਹਿ ਲਓ, ਸਾਊਂਡ ਕਹਿ ਲਓ, ਵਾਇਸ ਕਹਿ ਲਓ, ਲਗੋਸ ਕਹਿ ਲਓ, ਕੁਨ ਕਹਿ ਲਓ, ਧੁਨ ਕਹਿ ਲਓ, ਪੰਜਾਬੀ ਵਿੱਚ ਇਹਨੂੰ ਬੋਲ ਕਹਿ ਲਓ। ਮੈਂ ਫੇਰ ਬੇਨਤੀ ਕਰਾਂ, ਸ਼ਬਦ ਦਾ ਕੇਵਲ ਇੱਕ ਅਰਥ ਹੈ ਆਵਾਜ਼। ਜਿਨ੍ਹਾਂ ਨੂੰ ਇਹ ਗੱਲ ਪਕੜ ਵਿੱਚ ਨਹੀਂ ਆਈ ਤੇ ਤੁਹਾਨੂੰ ਹੁਣੀ ਮਨਾ ਲੈਂਦੇ ਇੱਥੇ ਬੈਠਿਆਂ ਨੂੰ, ਤਾਂ ਕਿ ਪੱਕੀ ਹੋ ਜਾਵੇ ਗੱਲ। ਸ਼ਬਦ ਦਾ ਅਰਥ ਹੈ ਆਵਾਜ਼। ਸਭ ਤੋਂ ਪਹਿਲਾਂ ਗੁਰਮੁਖ ਪਿਆਰੇ ਕੀਰਤਨ ਕਰਦੇ ਸੀ, ਸ਼ਬਦ ਪੜ੍ਹਦੇ ਸੀ ਨਾ, ਤੇ ਤੁਹਾਨੂੰ ਕੀ ਸੁਣਦਾ ਸੀ? ਆਵਾਜ਼ੇ ਸੁਣਦੀ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਹੁਣ ਮੈਂ ਤੁਹਾਡੇ ਸਾਹਮਣੇ ਕਥਾ ਕੀਰਤਨ ਕਰਦਾ, ਸ਼ਬਦ ਪੜ੍ਹਦਾ, ਤੁਹਾਡੇ ਕੋਲ ਸ਼ਬਦ ਆਉਂਦਾ, ਤੁਹਾਡੇ ਕੋਲ ਆਵਾਜ਼ ਆ ਰਹੀ ਹੈ, ਤੁਸੀਂ ਆਵਾਜ਼ ਸੁਣ ਰਹੇ ਹੋ। ਸ਼ਬਦ ਦਾ ਕੇਵਲ ਇੱਕ ਅਰਥ ਹੈ ਦੁਨੀਆ ਵਿੱਚ, ਉਹ ਹੈ ਆਵਾਜ਼। ਅੱਖਰਾਂ ਦਾ ਜੋੜ ਸ਼ਬਦ, ਤੇ ਸ਼ਬਦ ਦਾ ਅਰਥ ਹੈ ਆਵਾਜ਼। ਇਹਨੂੰ ਹਿੰਦੀ ਵਾਲੇ ਧੁਨ ਕਹਿੰਦੇ ਨੇ, ਇੱਥੇ ਸਾਡੇ ਅਰਬੀ ਵਾਲੇ ਨੂੰ ਕੌਣ ਕਹਿੰਦੇ ਨੇ? ਲਾਗੋਸ਼ ਕਹਿੰਦੇ ਨੇ, ਪਰਸ਼ੀਅਨ ਨੇ ਜਿਹੜੇ। ਤੇ ਗੁਰਮੁਖ ਪਿਆਰਿਓ, ਇਹਨੂੰ ਇਹ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਕੀਤਾ ਪਸਾਓ ਏਕੋ ਕਵਾਓ। ਕਵਾਓ ਕਹੀਏ ਬੋਲ, ਸ਼ਬਦ ਜੁਦੇ ਜੁਦੇ ਭਾਸ਼ਾ ਦੇ ਅਰਥ ਨੇ। ਮੈਂ ਫੇਰ ਇੱਕ ਵਾਰ ਬੇਨਤੀ ਕਰਾਂ ਕਿ ਸ਼ਬਦ ਦਾ ਅਰਥ ਹੈ ਆਵਾਜ਼। ਤੇ ਆਵਾਜ਼ ਨੂੰ ਗੁਰੂ ਨਾਨਕ ਦੇਵ ਨੇ ਆਪਣਾ ਗੁਰੂ ਮੰਨਿਆ। ਤੁਸੀਂ ਵੀ ਮੰਨੀ ਬੈਠੇ ਹੋ ਸ਼ਬਦ ਗੁਰੂ, ਪਾਵਨ ਗੁਰੂ, ਆਵਾਜ਼, ਹੋਰ ਕੁਝ ਵੀ ਨਹੀਂ। ਕਦੇ ਸੋਚਿਆ ਹੀ ਨਹੀਂ ਆਪਾਂ ਨੇ ਕਿ ਗੁਰੂ ਨਾਨਕ ਨੂੰ ਕੀ ਲੋੜ ਪਈ ਸ਼ਬਦ ਨੂੰ ਗੁਰੂ ਬਣਾਉਣ ਦੀ। ਇਹੀ ਕੁਝ ਨੁਕਤੇ ਹੁੰਦੇ ਨੇ ਦੀਵਾਨਾਂ ਵਿੱਚ, ਕਥਾ ਕੀਰਤਨ ਵਿੱਚ। ਉਹ ਤਾਂ ਹੁਣ ਤੁਹਾਡਾ ਸੁਭਾਅ ਥੋੜ੍ਹਾ ਜਿਹਾ ਹੋਰ ਪਾਸੇ ਗਿਆ ਵਾ, ਗੁੱਸਾ ਨਾ ਕਰਿਓ। ਸਾਡੇ ਦੀਵਾਨਾਂ ਦਾ ਸੁਭਾਅ ਕੁਝ ਹੋਰ ਹੈ, ਪ੍ਰਕਿਰਤੀ ਕੁਝ ਹੋਰ ਬਣੀ ਵੀ। ਦੀਵਾਨਾਂ ਤੋਂ ਬਾਅਦ ਮੈਂ ਪਿੰਡਾਂ ਵਿੱਚ ਟਾਹਲੀਆਂ 'ਚ ਜਾਂਦੇ ਬਜ਼ੁਰਗਾਂ ਨੂੰ ਗੱਲਾਂ ਕਰਦੇ ਸੁਣਿਆ ਤੁਹਾਨੂੰ ਕਈ ਵਾਰ। ਗੱਲਾਂ ਕੀ ਕਰੋਗੇ? ਕਹਿੰਦੇ ਵੀ ਢੋਲਕੀ ਵਾਲੇ ਨੇ ਤਾਂ ਭੰਨਣ ਵਾਲੀ ਕਰਤੀ। ਆਹ ਦੀਵਾਨ ਹੈ ਤੁਹਾਡੇ। ਚਿਮਟੇ ਵਾਲੇ ਨੇ ਕਹਿੰਦੇ ਇੰਨੇ ਉੱਚੇ ਚੱਕੇ ਚੰਨੀ ਪਾਟਣ ਤੇ ਬਚ ਗਈ। ਇਹ ਤੁਸੀਂ ਦੀਵਾਨ ਸੁਣ ਕੇ ਗਏ ਹੋ। ਦੇਖੋ ਕਹਿੰਦੇ ਮੈਂ ਦੀਵਾਨ ਸੁਣ ਕੇ ਗਈ। ਔਰ ਬੋਰਡ ਲੱਗਿਆ ਹੋਏਗਾ ਰੂਹਾਨੀ ਕੀਰਤਨ। ਸੁਣਦਾ ਰਿਹਾ ਢੋਲਕੀ ਤੇ ਰੂਹਾਨੀ, ਉੱਥੇ ਪਤਾ ਨਹੀਂ ਕਿਹੜੀ ਚੀਜ਼ ਆ ਗਈ। ਆਖੋ ਸਤਿਨਾਮ। ਧਿਆਨ ਤੇਰਾ ਚਿਮਟਿਆਂ 'ਚ ਰਿਹਾ ਵੀ ਕਿੰਨੇ ਕੂਚੇ ਖੜਕਦੇ ਨੇ। ਇਹ ਮੇਰੀਆਂ ਧੀਆਂ ਭੈਣਾਂ ਬੈਠੀਆਂ, ਇਹ ਦੀਵਾਨ ਤੋਂ ਬਾਅਦ ਗੱਲਾਂ ਹੀ ਹੋਰ ਕਰਦੀਆਂ ਜਾਣਗੀਆਂ। ਕਹਿੰਦੀਆਂ ਬਾਬੇ ਦੇ ਚੋਲੇ ਤੇ ਮੋਰਨੀਆਂ ਪਾਈਆਂ ਵੀਆਂ ਤੀਆਂ। ਸੁਣਾ ਲਓ ਦੀਵਾਨ। ਵਾਹ ਸਿੱਖੋ ਤੁਹਾਡੇ ਦੀਵਾਨ। ਮੈਂ ਜਿਹੜੀ ਗੱਲ ਲੈਣੀ ਸੀ ਉਹ ਤਾਂ ਮੈਂ ਪਹਿਲਾਂ ਕਹਿਤਾ। ਇੱਥੇ ਜਾਣਨ ਤੋਂ ਬਿਨਾਂ ਵਿਅਰਥ ਹੈ ਖੇਡ ਸਾਰੀ। ਸਾਰਾ ਦਿਨ ਬੱਚਾ ਬੈਠਾ ਰਿਹਾ, 8 ਮਾਸਟਰ ਵੀ ਬਦਲ ਗਏ, 45 ਮਿੰਟ ਦੇ ਪੀਰੀਅਡ ਲਾਤੇ, ਬਲੈਕ ਬੋਰਡ ਤੇ ਵੀ ਚੀਜ਼ਾਂ ਲਿਖਦੀਆਂ, ਉਹਨੂੰ ਪਤਾ ਕੱਖ ਲੱਗੇ ਹੀ ਨਹੀਂ। ਫਿਰ ਦਿਹਾੜੀ ਐਵੇਂ ਗਈ ਨਾ, ਜਾਣਿਆ ਕੁਝ ਹੀ ਨਹੀਂ। ਆਪਾਂ ਵੀ ਸਕੂਲ ਵਿੱਚ ਆਏ ਹਾਂ, ਮਸਜਿਦ ਵੀ ਇੱਕ ਸਕੂਲ ਹੈ, ਮੰਦਰ ਵੀ ਸਕੂਲ ਹੈ। ਇਹ ਸਰੀਰਕ ਵਿਦਿਆ ਦੇ ਸਕੂਲ ਨੇ, ਇਹ ਅਧਿਆਤਮਿਕ ਵਿਦਿਆ ਦੇ ਸਕੂਲ ਨੇ। ਪਰ ਜਿਉਂ ਆਇਆ ਤਿਉਂ ਜਾਵੇ ਬੌਰੇ, ਜਿਉਂ ਜਨਮੇ ਤਿਉਂ ਮਰਨ ਭਇਆ। ਬਸ ਜਿਉਂ ਜਨਮਿਆ ਵੀ ਕਿਸੇ ਦੇ ਹੱਥਾਂ 'ਚ ਸੀ, ਚੱਕਿਆ ਹੀ ਸੀ ਕਿਸੇ ਨੇ। ਉਦਣ ਵੀ ਤਾਂ ਚੱਕੀ ਉਹ ਕਿਸੇ ਦੇ ਹੱਥਾਂ 'ਚ ਜਾਏਗਾ। ਅਜ ਕੇ ਆਖੋ ਸਤਿਨਾਮ। ਨਾ ਨਾ, ਸਿਰੇ ਤੱਕ ਇੱਕੋ ਗੱਲ ਪਰਾਇਆਂ ਦੇ ਹੱਥਾਂ 'ਚ ਘੁੰਮੀ ਗਿਆ। ਬਸ ਜਿਉਂ ਜਨਮੇ ਤਿਉਂ ਮਰਨ ਭਇਆ। ਉਦੋਂ ਵੀ ਸਾਂਭਿਆ ਗੋਦ ਵਿੱਚ, ਹੱਥਾਂ ਵਿੱਚ ਕਿਸੇ ਨੇ।
ਉਦਣ ਵੀ ਹੱਥਾਂ ਵਿੱਚ ਸਾਂਭ ਕੇ ਹੀ ਨੜਾਇਆ ਕਿਸੇ ਨੇ। ਜਿੱਦਣ ਜਾਏਗਾ ਉਦਣ ਕਿਹੜਾ ਸਾਬਣ ਆਪ ਲਾਏਗਾ, ਉਦਣ ਵੀ ਕੋਈ ਹੋਰੇ ਹੱਥਾਂ ਵਿੱਚ ਨੜਾਊਗਾ। ਬਸ ਜਿਵੇਂ ਆਇਆ ਉਦਾਂ ਹੀ ਪਰਾਏ ਦੇ ਹੱਥਾਂ ਵਿੱਚ ਆਏ, ਪਰਾਏ ਦੇ ਹੱਥਾਂ ਵਿੱਚ ਤੁਰ ਗਿਆ। ਭਾਵ ਕੀ ਹੋਇਆ, ਆਪਣਾ ਕੁਝ ਬਣਿਆ ਹੀ ਨਹੀਂ। ਅੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣਾ ਕੁਝ ਵੀ ਨਹੀਂ ਬਣ ਸਕਿਆ। ਉਹ ਸਾਡੀ ਅਵਸਥਾ ਹੈ। ਸ਼ਬਦ ਦਾ ਇੱਕ ਅਰਥ ਹੈ ਆਵਾਜ਼। ਆਪਾਂ ਸਾਰਾ ਸਿੱਖ ਜਗਤ ਮੰਨ ਰਹੇ ਹੈ ਕਿ ਸਾਡਾ ਗੁਰੂ ਸ਼ਬਦ। ਸ਼ੁਰੂ ਕੀਤਾ ਬਾਬੇ ਨਾਨਕ ਨੇ, ਪਰ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਬਾਬੇ ਨਾਨਕ ਨੂੰ ਹੋਰ ਗੁਰੂ ਹੀ ਨਹੀਂ ਲੱਭਿਆ ਕੋਈ। ਉਹਨੇ ਸ਼ਬਦ ਨੂੰ ਗੁਰੂ ਕਿਉਂ ਧਾਰਨ ਕੀਤਾ? ਕਿਸੇ ਅਵਤਾਰ ਨੇ ਆਪਾਂ ਨੂੰ ਗੁਰੂ ਸ਼ਬਦ ਨਹੀਂ ਧਾਰਨ ਕੀਤਾ। ਕ੍ਰਿਸ਼ਨ ਮਹਾਰਾਜ ਜੀ ਦੇ ਗੁਰੂ, ਸ਼੍ਰੀ ਰਾਮ ਜੀ ਦੇ ਗੁਰੂ, ਵਸ਼ਿਸ਼ਟ ਆਦਿਕ ਸਭ ਦੇ ਗੁਰੂ, ਪਰ ਨਹੀਂ ਮਹਾਤਮਾ ਬੁੱਧ ਜੀ ਦਾ ਗੁਰੂ, ਕਬੀਰ ਸਾਹਿਬ ਜੀ ਦੇ ਗੁਰੂ ਗੁਰਸਿੱਖ ਪਿਆਰਿਓ, ਰਵਿਦਾਸ ਜੀ ਦੇ ਗੁਰੂ ਰਾਮਾਨੰਦ ਜੀ, ਸਭ ਦੇ ਗੁਰੂ। ਇੱਥੇ ਸੰਪਰਦਾਵਾਂ ਚੱਲਦੀਆਂ ਨੇ। ਚੇਲਾ ਕਹੂਗਾ ਮੈਂ ਫਲਾਣੇ ਮਹਾਂਪੁਰਸ਼ਾਂ ਦਾ ਚੇਲਾ, ਗੁਰੂ ਨੇ ਮੇਰੇ। ਇੱਕ ਬਾਬਾ ਨਾਨਕ ਜਿਹਨੇ ਕੇਵਲ ਸ਼ਬਦ ਗੁਰੂ। ਇੰਨੀ ਉਹ ਗੱਲ ਅੱਜ ਸਮਝ ਲਿਓ। ਸ਼ਬਦ ਦਾ ਅਰਥ ਹੈ ਆਵਾਜ਼। ਇਸ ਧਰਤੀ ਦੇ ਉੱਤੇ ਕਿਸੇ ਚੀਜ਼ ਨੂੰ ਜਾਣਨ ਪਰਖਣ ਦਾ ਸਭ ਤੋਂ ਸੁਖਾਲਾ ਤਰੀਕਾ ਆਵਾਜ਼ ਹੈ। ਕੋਈ ਵੀ ਚੀਜ਼ ਹੈ, ਇੱਕ ਨਹੀਂ, A to Z। ਤੁਸੀਂ ਕੋਈ ਭਾਂਡਾ ਪਰਖਣਾ ਹੈ, ਉਹ ਤੇ ਸੱਟ ਮਾਰੋ, ਉਹਦੀ ਆਵਾਜ਼ ਦੱਸੂਗੀ ਕੱਚਾ ਹੈ ਕਿ ਪੱਕਾ ਹੈ, ਦੱਸੇਗੀ। ਲੋਹਾ ਪਰਖਣਾ ਹੈ, ਉਹਦੀ ਆਵਾਜ਼ ਦੱਸੇਗੀ। ਆ ਮਾਰਬਲ ਲਾਉਨੇ ਹੋ ਤੁਸੀਂ, ਜਿੱਥੇ ਖਰੀਦਣ ਜਾਓਗੇ ਰੰਗ ਨਾ ਦੇਖਿਆ ਕਰੋ ਪਾਣੀ ਪਾ ਕੇ ਤਾਂ ਉੱਪਰ ਪਾਲਿਸ਼ ਕੀਤੇ ਨੇ। ਜਿਹੜੇ ਕਾਰੀਗਰ ਨੇ ਉਹ ਪੱਥਰ ਉੱਤੇ ਪੱਥਰ ਮਾਰਨਗੇ। ਉਸ ਮਾਰਬਲ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲੇਗੀ ਉਹ ਦੱਸੂਗੀ ਇਹ ਅਸਲੀ ਹੈ ਕਿ ਨਕਲੀ ਹੈ। ਜਿਹੜੇ ਕੱਪੜੇ ਦੇ ਵਪਾਰੀ ਹੈ, ਆਪਾਂ ਤਾਂ ਮਲ ਕੇ ਵੇਖਦੇ ਨੇ, ਖਰਦ ਰਹਿ ਕੇ ਮੁਲਾਇਮ ਹੈ, ਮੋਟਾ ਕਿ ਪਤਲੇ ਨਹੀਂ। ਉਹ ਦੂਜੇ ਪਾਸੇ ਖਿੱਚ ਕੇ ਉਹਨੂੰ ਆਵਾਜ਼ ਕੱਢਣਗੇ ਵਿੱਚੋਂ। ਕੱਪੜੇ ਦਾ ਵਪਾਰੀ ਆਵਾਜ਼ ਤੋਂ ਸਮਝ ਜਾਂਦਾ ਹੈ ਕਿ ਇੱਕ ਦੋ ਧੂਆਂ ਪਾਊਗਾ ਕਿ ਜਾਂਦਾ ਹੀ ਖਲ 'ਚ ਗਿਰੂਗਾ। ਅੱਜ ਕੇ ਆਖੋ ਸਤਿਨਾਮ। ਹੁਣ ਆ ਜਾਓ ਹੋਰ ਗੱਲ, ਜੀਵਤ ਚੀਜ਼ਾਂ ਵਿੱਚ ਆਓ। ਹੁਣ ਇਹ ਮਾਦੇ ਦੀਆਂ ਗੱਲਾਂ ਕੀਤੀਆਂ ਨੇ। ਜਿਉਂਦੀਆਂ ਚੀਜ਼ਾਂ ਤੁਹਾਨੂੰ ਦੇਖਣ ਦੀ ਲੋੜ ਨਹੀਂ। ਕੁੱਤੇ ਦੀ ਆਵਾਜ਼ ਕੰਨਾਂ 'ਚ ਪਈ ਤੇ ਕਹਿ ਦੋਗੇ ਕੁੱਤਾ ਭੌਂਕਦਾ। ਕੁੱਤੇ ਨੂੰ ਦੇਖਣ ਦੀ ਲੋੜ ਨਹੀਂ। ਕਿਸੇ ਜੀਵ ਨੂੰ ਘੁੱਗੀ, ਕਹੋ, ਗਢਾਰ, ਸ਼ੇਰ, ਗਧਾ, ਕੋਈ ਵੀ ਬੱਕਰੀ, ਤੁਹਾਨੂੰ ਦੇਖਣ ਦੀ ਲੋੜ ਨਹੀਂ। ਉਹਨਾਂ ਦੀ ਆਵਾਜ਼ ਸੁਣੋਗੇ ਕਹੋਗੇ ਕਾਂ ਬੋਲਦਾ, ਕੁੱਤਾ ਭੌਂਕਦਾ, ਚਿੜੀਆਂ ਬੋਲਦੀਆਂ ਨੇ। ਦੇਖਣ ਕਿੰਨਾ ਹਵਾਈ ਜਹਾਜ਼ ਉੱਤੇ ਹਜ਼ਾਰਾਂ ਫੁੱਟ ਦਿਖਦਾ ਤਾਂ ਹੀ ਨਹੀਂ। ਆਵਾਜ਼ ਕੰਨਾਂ 'ਚ ਪਈ ਜਦੇ ਸਮਝ ਜਾਓਗੇ ਜਹਾਜ਼ ਜਾ ਰਹੇ। ਦੇਖੋ ਕਿੱਡੀ ਦੂਰ ਦੀ ਪਰਖ। ਇੱਕ ਮੋਟੀ ਜੀ ਗੱਲ ਤੁਹਾਨੂੰ ਘਰ ਦੀ ਕਹਿ ਦਿੰਦਾ ਹੁਣ, ਕਿ ਬਾਣੀ ਨੇ ਬੰਦੇ ਦੀ ਪਰਖ ਵੀ ਆਵਾਜ਼ ਕੇ ਹੈ। ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਆਵਾਜ਼ ਤੇਰੇ ਬੋਲਾਂ ਤੇ ਹੀ ਤੇਰੇ ਕੱਚੇ ਪਕਿਆਈ ਦੀ ਗੱਲ ਹੈ। ਬੋਲਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ, ਤੇ ਮਨੁੱਖ ਨਹੀਂ ਹੈ। ਉਹ ਅੰਦਰੋਂ ਥੋਥਾ ਕੂੜਿਆਰ, ਕੂੜੀ ਸਭ ਕੱਚਾ। ਤਾਂ ਗੁਰਸਿੱਖ ਪਿਆਰਿਓ, ਬੰਦੇ ਦੀ ਆਵਾਜ਼ ਤੋਂ ਪਰਖ ਹੋ ਜਾਂਦਾ। ਇੱਥੇ ਤੁਸੀਂ ਵੀ ਨੌਕਰ ਰੱਖਦੇ ਹੋ ਤੇ ਨੌਕਰ ਮਾਲਕ ਦੀ ਆਵਾਜ਼ ਤੋਂ ਪਰਖ ਲੈਂਦਾ ਅੱਜ ਗੁੱਸੇ ਹੈ ਕਿ ਨਰਮ ਹੈ। ਹੁਣ ਜਮਾਂ ਹੀ ਘਰ ਆ ਜਾਵਾਂ, ਗ੍ਰਸਤੀ ਬੈਠੇ ਇਹ ਬੀਬੀਆਂ ਭੈਣਾਂ ਵੀ ਨਾ ਸ਼ਾਮ ਨੂੰ ਜਦ ਬੰਦੇ ਘਰ ਕੰਮ ਕਰਕੇ ਆਉਣੇ ਨਾ, ਉਹਦੀ ਆਵਾਜ਼ ਤੋਂ ਪਰਖ ਲੈਣਗੀਆਂ ਵੀ ਅੱਜ ਰੋਟੀ ਖਾਊਗਾ ਕਿ ਭਾਂਡੇ ਖੜਕਾਊਗਾ। ਅੱਜ ਕਿਹਾ ਕੋਈ ਸਤਿਨਾਮ। ਕੁਛ ਦੇਖਣ ਦੀ ਲੋੜ ਨਹੀਂ, ਉਹਦੀ ਆਵਾਜ਼ ਨੇ ਦੱਸ ਦੇਣਾ ਉਹਨੂੰ ਵੀ ਅੱਜ ਗੜਬੜ ਹੈ। ਆਵਾਜ਼
ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਗੁਰੂ ਨਾਨਕ ਨੇ ਆਵਾਜ਼ ਨੂੰ ਗੁਰੂ ਕਿਉਂ ਧਾਰਨ ਕੀਤਾ? ਮਿੱਟੀ, ਲੋਹਾ, ਕੰਚ, ਕਪੜਾ, ਜਾਨਵਰ, ਜੂਨੀਆਂ, ਤੁਹਾਨੂੰ ਨੇੜੇ ਜਾਣ ਦੀ ਲੋੜ ਨਹੀਂ। ਆਵਾਜ਼ ਕੰਨਾਂ 'ਚ ਪਈ ਤੇ ਪਰਖ ਹੋ ਗਈ। ਤੁਸੀਂ ਬੈਠੇ ਹੋ ਮਲੇਰਕੋਟਲੇ, ਰਾਤ ਦਾ ਟਾਈਮ ਹੈ, ਕੁੰਡੇ ਜਿੰਦੇ ਲੱਗੇ ਨੇ, ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਗੇਟ ਤੇ ਆ ਕੇ, ਅੰਦਰ ਬੈਠੇ ਹੀ ਕਹਿ ਦੋਗੇ ਫਲਾਣਾ ਹੈ ਆ ਗਿਆ। ਤੇ ਜਿਹਨੂੰ ਨਾ ਜਾਣਦੇ ਹੋ ਅੰਦਰ ਬੈਠੇ ਹੀ ਗੱਲਾਂ ਕਰੋਗੇ ਤਾਂ ਪਤਾ ਹੀ ਨਹੀਂ ਕੌਣ ਹੈ। ਅਜੀਬ ਬੰਦਾ ਹੈ ਕੋਈ। ਹੁਣ ਮੈਂ ਫੇਰ ਤੁਹਾਨੂੰ ਬੇਨਤੀ ਕਰਾਂ, ਬਾਬੇ ਨਾਨਕ ਨੇ ਆਵਾਜ਼ ਨੂੰ ਗੁਰੂ ਕਿਉਂ ਧਾਰਨ ਕੀਤਾ? ਜਦ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਆਵਾਜ਼ ਤੋਂ ਪਰਖੀਆਂ ਜਾਣੀਆਂ ਜਾਂਦੀਆਂ ਨੇ, ਇਹਨਾਂ ਨੂੰ ਬਣਾਉਣ ਵਾਲਾ ਵੀ ਆਵਾਜ਼ ਤੋਂ ਹੀ ਜਾਣਿਆ ਜਾਊਗਾ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕਿਰਤ ਆਵਾਜ਼ ਨਾਲ ਪਰਖੀ ਜਾਂਦੀ ਹੈ ਤੇ ਕਰਤਾ ਵੀ ਆਵਾਜ਼ ਤੋਂ ਹੀ ਪਰਖਿਆ ਜਾਊ। ਬੋਲ ਸਖਾਲਾ ਤਰੀਕਾ, ਬੋਲ ਦੱਸ ਦਿੰਦੇ ਨੇ ਬੰਦੇ ਦੇ। ਕਦੇ ਵਿਦਵਾਨਾਂ ਦੀ ਸਭਾ ਵਿੱਚ ਬੋਲਣਾ ਪਵੇ, ਸੁਣਨਾ ਪਵੇ, ਸੁਣੀਦਾ ਹੀ ਹੈ। ਰਾਗੀ ਦਾ ਬੋਲ ਦੱਸ ਦਿੰਦਾ ਹੈ, ਨਕਲੇ ਕਰ ਰਿਹਾ ਹੈ ਕਿ ਕੁਝ ਆਪ ਸਿੱਖਿਆ। ਬੋਲ ਦੱਸ ਦੇਵੇਗਾ। ਕਥਾਵਾਚਕ ਦਾ ਬੋਲ ਦੱਸ ਦੂਗਾ ਕਿ ਕਿਤਾਬੀ ਗਿਆਨ ਹੈ ਕਿ ਕੁਝ ਅੰਦਰ ਹੈਗਾ। ਬੋਲੇ ਦੱਸ ਦੇਣਗੇ। ਉਹਦੀ ਕੋਈ ਡਿਗਰੀ ਦੀ ਲੋੜ ਨਹੀਂ ਤੁਹਾਨੂੰ, ਆਵਾਜ਼ ਦੱਸੇਗੀ। ਵਿਦਵਾਨ ਤਾਂ ਏਦਾਂ ਸਮਝ ਜਾਂਦੇ ਨੇ ਆਵਾਜ਼ ਨੂੰ, ਜਿਵੇਂ ਤੁਸੀਂ ਭਰਿਆ ਹੋਇਆ ਚੌਲਾਂ ਦਾ ਕੜਾਹਾ, ਇੱਕ ਚੌਲ ਤੋਂ ਪਰਖ ਲੈਂਦੇ ਹੋ ਕੱਚੇ ਨੇ ਕਿ ਪੱਕੇ ਨੇ। ਇੱਕੋ ਚੌਲ ਵੇਖਣਾ ਹੁੰਦਾ ਨਾ। ਤੇ ਵਿਦਵਾਨਾਂ ਦੀ ਸਭਾ ਵਿੱਚ ਉਹ ਸਮਝ ਜਾਂਦੇ ਕੇਵਲ ਇੱਕ ਬੋਲ ਤੋਂ, ਇੱਕ ਸ਼ਬਦ ਤੋਂ ਹੀ ਉਹਨਾਂ ਨੇ ਸਮਝ ਜਾਣਾ। ਕਿਤੇ ਛਿੱਤਰ ਖਾਦੇ ਨੇ ਕਿ ਨਕਲਾਂ ਹੀ ਮਾਰਦਾ ਫਿਰਦਾ ਹੈ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬੇ ਨਾਨਕ ਨੇ ਐਡੀ ਵੱਡੀ ਤਬਦੀਲੀ ਦੁਨੀਆ 'ਚ ਲਿਆਂਦੀ ਕਿ ਆਵਾਜ਼ ਨੂੰ ਗੁਰੂ ਬਣਾ ਲਿਆ, ਸ਼ਬਦ ਨੂੰ ਗੁਰੂ ਬਣਾ ਲਿਆ। ਉਹਨਾਂ ਦੀ ਸੋਚ ਸੀ ਜੇ ਇਹ ਦੁਨਿਆਵੀ ਕਿਰਤ ਆਵਾਜ਼ ਤੋਂ ਪਰਖੀ ਜਾਂਦੀ ਹੈ ਤੇ ਗੁਰਮੁਖ ਪਿਆਰਿਓ ਕਰਤਾ ਵੀ ਆਵਾਜ਼ ਤੋਂ ਪਰਖਿਆ ਜਾਊ। ਐਵੇਂ ਨਹੀਂ ਸ਼ਬਦ ਨੂੰ ਗੁਰੂ ਕਿਹਾ। ਇੱਥੋਂ ਹੀ ਮੈਂ ਤੁਹਾਡੇ ਚਰਨਾਂ ਵਿੱਚ ਕੱਲ੍ਹ ਦੇ ਸਮੇਂ ਵਿੱਚ ਕਿਵੇਂ ਕਰਤੇ ਦਾ ਪਤਾ ਲੱਗਦਾ ਹੈ ਆਵਾਜ਼ ਤੋਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਤੇ ਜਿਨ੍ਹਾਂ ਨੇ ਵੀ ਉਹਨੂੰ ਪਾਇਆ ਆਵਾਜ਼ ਤੋਂ ਹੀ ਪਾਇਆ, ਬੋਲਾਂ ਤੋਂ ਹੀ ਪਾਇਆ। ਜਿਹੜਾ ਉਹਦਾ ਜਸ ਕਰਨਾ ਉਹ ਵੀ ਆਵਾਜ਼ ਹੈ, ਉਹਦਾ ਕੀਰਤਨ ਕਰਨਾ ਇਹ ਵੀ ਆਵਾਜ਼ ਹੈ, ਕਥਾ ਕਰਨੀ ਉਹ ਵੀ ਆਵਾਜ਼ ਹੈ, ਕਾਵ ਰਚਨਾ ਰਚਣੀ ਵੀ ਉਹਦੀ ਸਿਫਤ ਵਿੱਚ ਆਵਾਜ਼ ਹੈ, ਸੰਗੀਤ ਵੀ ਆਵਾਜ਼ ਹੈ। ਇੱਕ ਗੰਭੀਰ ਗੱਲ ਬਾਬਾ ਨਾਨਕ ਕਹਿੰਦਾ, ਤੈਨੂੰ ਇੰਦਰ ਵੀ ਗਾਉਂਦਾ ਹੈ, ਤੈਨੂੰ ਪੌਣ ਵੀ ਗਾਉਂਦੀ ਹੈ, ਧਰਮਰਾਜ ਵੀ ਗਾਉਂਦਾ ਹੈ, ਦੇਵੀ ਦੇਵਤੇ ਗਾਉਂਦੇ ਨੇ, ਧਰਤੀ ਗਾ ਰਹੀ ਹੈ। ਸੋਦਰ ਪੜ੍ਹ ਲਓ ਨਾ ਸਾਰਾ। ਇੱਕ ਅਜੀਬ ਗੱਲ ਕਹਿ ਦਿੱਤੀ, ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ। ਆਵਾਜ਼ ਦੀ ਗੱਲ ਸੁਣਿਓ ਹੁਣ। ਜਿਹੜੇ ਚੁੱਪ ਕਰੀ ਸਮਾਧੀ ਲਾਈ ਬੈਠੇ ਨੇ, ਸੁਣ, ਬਾਬਾ ਨਾਨਕ ਕਹਿੰਦਾ ਉਹ ਵੀ ਗਾ ਰਹੇ ਨੇ। ਸਿੱਧ ਸਮਾਧੀ ਅੰਦਰ। ਤੁਸੀਂ ਕਦੋਂ ਕਹੋਗੇ ਚੁੱਪ ਕਰਨ ਨੂੰ ਕਿ ਗਾ ਰਹੇ? ਨਹੀਂ, ਬਾਬਾ ਨਾਨਕ ਕਹਿੰਦਾ ਉਹ ਵੀ ਗਾ ਰਹੇ। ਕਿਉਂ? ਉਹਨਾਂ ਦੀ ਸਮਾਧੀ ਉਹ ਵਾਹਿਗੁਰੂ ਦਾ ਜਸ ਹੈ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਚੁੱਪ ਕਰਨਾ ਹੀ ਭਗਵਾਨ ਦੀ ਸਿਫਤ ਹੈ। ਬਸ ਉਹਦੀ ਸਿਫਤ ਵਿੱਚ ਚੁੱਪ ਕਰੀ ਬੈਠੇ ਨੇ, ਉਹ ਵੀ ਗਾ ਕੇ ਹੀ ਪਾ ਰਹੇ ਨੇ। ਤੇ ਗੱਲ ਤਾਂ ਸਿਰੇ ਮੁਕਾ ਦੋ। ਬਾਬੇ ਨਾਨਕ ਨੇ ਕੁਝ ਕੀਤਾ ਹੀ ਨਹੀਂ, ਨਾ ਪੁੱਠੇ ਲਟਕੇ, ਨਾ ਧੂਣੇ ਤਾਪੇ, ਨਾ ਘਰ ਛੱਡਿਆ, ਨਾ ਖੇਤੀ ਛੱਡੀ, ਨਾ ਮਾਂ ਬਾਪ, ਨਾ ਘਰ, ਨਾ ਬੱਚੇ ਛੱਡੇ, ਨਾ ਵਪਾਰ ਛੱਡਿਆ। ਬਾਬੇ ਨਾਨਕ ਨੇ ਰੱਬ ਨੂੰ ਗਾ ਕੇ ਹੀ ਪਾ ਲਿਆ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਆਵਾਜ਼ ਨਾਲੇ ਪਾ ਲਿਆ, ਉਸੇ ਦਾ ਰੂਪ ਹੋ ਗਿਆ। ਇੱਥੋਂ ਹੀ ਆਪਾਂ ਗੁਰੂ ਜੀ ਤੋਂ ਸੇਧ ਲਵਾਂਗੇ, ਕਿਉਂਕਿ ਗੁਰਗੱਦੀ ਹੈ। ਮੇਰੀ ਬੇਨਤੀ ਮੰਨ ਕੇ ਸਾਰ ਅੰਮ੍ਰਿਤ ਸੁੰਘਣ ਨੇ ਬਚਨ ਕੀਤੇ, ਰਿਕਾਰਡਿੰਗ ਕਰਨ ਵਾਲੇ ਆਏ ਨੇ।
ਮੰਨੇ ਤਾਂ ਔਖੇ ਹੀ ਨੇ ਇਹ, ਕਿਉਂਕਿ ਔਖਾ ਹੀ ਹੈ ਆਉਣਾ ਜਾਣਾ, ਪਰ ਫਿਰ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ। ਰਾਤਰੀ ਦੇ ਸਮੇਂ ਆਉਣਾ ਜਾਣਾ, ਤੁਹਾਡਾ ਸੰਗਤ ਦਾ ਪਿਆਰ, ਇਹਨਾਂ ਪ੍ਰਬੰਧਕਾਂ ਦਾ ਪਿਆਰ ਵੇਖ ਕੇ, ਜੋ ਵੀ ਹੁਣ 5 ਦਿਨ ਦੇ ਆਪਣੇ ਦੀਵਾਨ ਨੇ, ਇਹ ਤੁਹਾਡੇ ਵਰਲਡ ਵਾਈਜ਼ ਜਾਣੇ ਆ ਦੁਨੀਆ ਵਿੱਚ। ਗੁਰਗੱਦੀ ਦਿਵਸ ਦਾ ਜੋ ਵੀ ਆਪਾਂ ਗੁਰੂ ਤੋਂ ਬਚਨ ਸੁਣਾਂਗੇ, ਸੇਧ ਲਵਾਂਗੇ, ਇਹਨਾਂ ਦਾ ਵੀ ਧੰਨਵਾਦ ਹੈ। ਥੋੜ੍ਹਾ ਜਿਹਾ ਸਮੇਂ ਸਿਰਾਉਣ ਦੀ ਕਿਰਪਾ ਕਰਿਆ ਕਰੋ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮੁਹਾਤ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ